सत श्री अकाल। मोदी दी आखिरी पारी बजट ते पवेगी भारी। मोदी सरकार वालों इस साल का अपना आखिरी बजट जिहड़ा पेश कर दिता गया। कई लोक लुभावन जिहड़ियां गल्लां भी इहदे च कीतीआं गईआं ने, पर आम आदमी ते कारोबारी जिहड़ा हैगा इस चीज़ लेके की सोच उन्हां लई लाभकारी ये बजट रहेगा। सरकार की कहती है ਸਾਡੇ ਕੋਲ ਵੱਧ ਤੋਂ ਵੱਧ ਟੈਕਸ ਆਵੇ, ਮੁਨਾਫਾ ਆਵੇ ਤੇ ਵੱਧ ਤੋਂ ਵੱਧ ਅਸੀਂ ਵਿਕਾਸ ਕਰੀਏ। ਕਈ ਰਾਜਨੀਤਿਕ ਗੱਲਾਂ ਵੀ ਹੈਗੀਆਂ ਨੇ। ਇੱਕ ਵਾਰ ਫੇਰ ਗੱਲ ਦੁਹਰਾਈ ਗਈ ਹੈ ਮੋਦੀ ਸਰਕਾਰ ਵੱਲੋਂ ਕਿ ਅਸੀਂ ਹੁਣ 1 ਸਾਲ ਹੋਰ ਗਰੀਬਾਂ ਨੂੰ ਮੁਫਤ ਰਾਸ਼ਨ ਜਿਹੜਾ ਹੈਗਾ ਦੇਣਾ ਜਾਰੀ ਰੱਖਾਂਗੇ। ਸਬਸਿਡੀਆਂ ਲੱਖਾਂ ਕਰੋੜਾਂ ਦੀਆਂ ਪੈਂਦੀਆਂ ਹੈਗੀਆਂ ਨੇ। ਸਿਹਤ ਸੁਵਿਧਾਵਾਂ ਜਾਰੀ ਰੱਖਾਂਗੇ। ਉਸ ਤੋਂ ਬਾਅਦ ਕੀ ਗੱਲਾਂ ਕੀਤੀਆਂ ਗਈਆਂ ਨੇ, ਮੋٹے ਤੌਰ ਤੇ ਕੀ ਹਾਈਲਾਈਟਸ ਨੇ ਬਜਟ ਦੇ, ਅਸੀਂ ਤੁਹਾਨੂੰ ਦੱਸ ਰਹੇ ਹਾਂ। ਜੇ ਆਪਾਂ ਰਾਜਨੀਤਿਕ ਐਂਗਲ ਤੋਂ ਦੇਖੀਏ ਤਾਂ ਸਰਕਾਰ ਨੇ ਗੱਲ ਕੀਤੀ ਹੈ ਬਜ਼ੁਰਗਾਂ ਲਈ ਬਚਤ ਦੀ ਆਪਾਂ ਸੀਮਾ ਵਧਾ ਦਿੱਤੀ ਹੈ। ਕਾਰੋਬਾਰ ਵਿੱਚ KYC ਨੂੰ ਸੌਖਾ ਬਣਾ ਦੇਵਾਂਗੇ। ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਜਿਹੜਾ ਹੈਗਾ ਹਟਾਇਆ ਜਾਵੇਗਾ। ਬੈਟਰੀ ਤੇ ਕਸਟਮ ਚਾਰਜਸ ਹੋਣਗੇ। ਇਲੈਕਟ੍ਰੋਨਿਕ ਗੱਡੀਆਂ ਦੀ बैटरी जिहड़ा सरकार सस्ती करेगी। उस तो बाद जे आपां स्लैब की गल कर लईए, टैक्स की स्लैब की गल कर लईए तां 3 ਤੋਂ 6 ਲੱਖ तक 5% जिहड़ा हैगा उहदी गल कीती गई है। टैक्स 6 ਤੋਂ 9 ਤੇ 10% होएगा। 9 ਤੋਂ 12 ਲੱਖ ਤੇ 15%, 12 ਤੋਂ 15 ਲੱਖ ਤੇ 20% ਤੇ 15 ਲੱਖ ਤੋਂ ਉੱਪਰ 30% ਜਿਹੜਾ ਹੈਗਾ ਟੈਕਸ ਲੱਗੇਗਾ। ਸੋ ਚਰਚਾ ਕਈ ਨੇ, ਲੋਕਾਂ ਦੇ ਮਨਾਂ ਸਵਾਲ ਵੀ ਕਈ ਨੇ। ਸਾਡੇ ਨਾਲ ਇਸ ਵਿਸ਼ੇ ਤੇ ਚਰਚਾ ਕਰਨ ਲਈ ਸਾਡੇ ਸਟੂਡੀਓ ਵਿੱਚ ਅੱਜ ਮੌਜੂਦ ਹੈਗੇ ਨੇ। ਮੇਰੇ ਬਿਲਕੁਲ ਸੱਜੇ ਪਾਸੇ ਮੇਰੇ ਨਾਲ ਖੜੇ ਨੇ ਮੁਕੇਸ਼ ਘਈ ਸਾਹਿਬ ਨੇ, ਮੋਹਾਲੀ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਔਰ ਲੰਮੇ ਸਮੇਂ ਤੋਂ ਕਿਵੇਂ ਤੁਸੀਂ ਆਪਣਾ ਟੈਕਸ ਬਚਾਉਣਾ ਹੈ, ਕਿਵੇਂ ਇਨਕਮ ਆਪਣੀ ਤੁਸੀਂ ਜੈਨੂਇਨ ਸਰਕਾਰ ਨੂੰ ਦਿਖਾਣੀ ਹੈ, ਇਦਾਂ ਦੀ ਗਾਈਡੈਂਸ ਹੈ, ਇਦਾਂ ਦੀ ਸਲਾਹ ਜਿਹੜਾ ਦਿੰਦੇ ਆ ਰਹੇ ਨੇ। ਘਈ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸਕਰੋਲ ਪੰਜਾਬ ਤੇ। ਬਿਲਕੁਲ ਉਹਨਾਂ ਦੇ ਨਾਲ ਪੰਪਕਾਰ ਤੇ ਫਿਜ਼ੀਟਲ ਦੇ CEO ਚੰਡੀਗੜ੍ਹ ਦੇ ਜਾਣੇ ਮਾਣੇ ਕਾਰੋਬਾਰੀ KS ਭਾਟੀਆ ਵੀ ਸਾਡੇ ਕੋਲ ਅੱਜ ਸਟੂਡੀਓ 'ਚ ਪਹੁੰਚੇ ਹੋਏ ਨੇ। ਕਾਰੋਬਾਰੀ ਇਸ ਗੱਲ ਨੂੰ ਕਿੱਦਾਂ ਦੇਖ ਰਹੇ ਨੇ ਇਹ ਭਾਟੀਆ ਸਾਹਿਬ ਤੋਂ ਅਸੀਂ ਜਾਣਾਂਗੇ। ਭਾਟੀਆ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਤੇ ਬਿਲਕੁਲ ਮੇਰੇ ਉਹਨਾਂ ਦੇ ਨਾਲ GST ਦੇ ਮਾਹਿਰ GST ਐਕਸਪਰਟ ਚੰਡੀਗੜ੍ਹ ਤੋਂ ਹੀ ਅਨਿਲ ਸ਼ਰਮਾ ਸਾਡੇ ਕੋਲ ਅੱਜ ਪਹੁੰਚੇ ਨੇ। ਸ਼ਰਮਾ ਜੀ ਆਪ ਜੀ ਦਾ ਵੀ ਬਹੁਤ ਬਹੁਤ ਸਵਾਗਤ ਹੈ। ਸੋ ਜਿੱਦਾਂ ਮੈਂ ਦੱਸ ਕੇ ਹਟਿਆ ਹੈਗਾ ਕਿ ਲੋਕਾਂ ਦੇ ਮਨਾਂ ਦੇ ਵਿੱਚ, ਆਮ ਆਦਮੀ ਦੇ ਮਨ ਦੇ ਵਿੱਚ ਸਵਾਲ ਜਿਹੜਾ ਹੈਗਾ ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟੇ ਆ। ਆਪਣਾ ਘਈ ਸਾਹਿਬ ਤੁਹਾਡੇ ਤੋਂ ਹੀ ਸ਼ੁਰੂਆਤ ਕਰਾਂਗੇ। ਟੈਕਸ ਸਲੈਬ ਦੀ ਜਿਹੜੀ ਗੱਲ ਕੀਤੀ ਹੈ ਕਿ 15 ਲੱਖ ਤੋਂ ਉੱਪਰ 30% ਜਿਹੜਾ ਹੋਏਗਾ, ਕਿੱਦਾਂ ਦੇਖ ਰਹੇ ਇਸ ਚੀਜ਼ ਨੂੰ ਆਮ ਆਦਮੀ? ਕੀ ਤੁਸੀਂ ਆਉਣ ਵਾਲੇ ਆਪਣੇ ਲੋਕਾਂ ਨੂੰ ਦੀ ਗਾਈਡੈਂਸ ਦੇਣਾ ਚਾਹੋਗੇ? ਇਸ ਤਰ੍ਹਾਂ ਜੀ ਜਿਹੜਾ ਮੋਦੀ ਸਰਕਾਰ ਨੇ ਬਜਟ ਦਿੱਤਾ ਹੈ ਜੀ, ਆਪ ਹੁਣੇ ਕਿਹਾ ਕਿ ਉਹ चुनावी समझ लो या लोग आना समझ लो। हाँ जी, हाँ जी। वो लोग आना इसीलिए है कि उन्होंने 15 लाख तो थले जिहड़े कि लोग इनकम लै रहे हैं उन्होंने बेनिफिट देने की कोशिश की है और उन्होंने स्लैब्स वाकई ही थोड़ियां घटियां हैं जिहदे नाल उन्होंने टैक्स बर्डन घटेगा। बट उहदे नाल जिहड़े 15 लाख तो उत्ते है उन्होंने इन्ना ज़्यादा शायद नहीं फर्क पेगा जी। खैर उन्होंने परसेंटेज ही उन्होंने बहुत घट होंगी है जिहड़े इन्ने ज़्यादा टैक्स पे करते हैं। एक रफली है टेंटेटिव अंदाजा लाइए कितने परसेंट होंगे? जिन्ने तक मेरा तजुर्बा है या मैं जो लोगों को देखदा जी, हार्डली 4 या 5% लोग इदां दे हुंदे जिन्हां दी 1 करोड़ तो ज़्यादा इनकम होंदी है। जो मेरा रफ तजुर्बा है जिहदे उत्ते आपां 30% सोचदे आ या 15 लाख तो ऊपर जिहड़े है जे आपां ला लईए तो मसां ही 10% तो ज़्यादा नहीं होणगे जी। लेकिन जिहड़े छोटे कारोबारी है या छोटे लोग है, इंपलाई बंदे है, सरकारी बंदे है, उन्हां दी नॉर्मली जिहड़ी तनख्वाह है 50-60 हज़ार रुपया 70 हज़ार रुपए तक हुंदी है। कॉमन मैन मध्यवर्गी दी आपां गल कर लईए सो इहदे लई ਉਹ ਸਾਰੇ कवर हो जाणगे जी। नो डाउट ਇਹਦੇ ਵਿੱਚ ਆਪਾਂ ਦੋਨੋਂ ਚੀਜ਼ਾਂ ਸੋਚ ਸਕਦੇ ਹਾਂ ਕਿ ਸਰਕਾਰ ਨੇ ਇੱਕ ਤਾਂ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ। ਸੈਕੰਡਲੀ ਚੁਣਾਵੀ ਪੁਆਇੰਟ ਆਫ ਵਿਊ ਨਾਲ ਜੋ ਲੋਕਾਂ ਨੇ ਵਾਅਦੇ ਕੀਤੇ ਸੀਗੇ ਜਾਂ ਜਿੱਦਾਂ ਵੀ ਕਰਿਆ ਸੀ ਉਸ ਨੂੰ ਵੀ ਬੈਨੀਫਿਟ ਲੈ ਉਹਨਾਂ ਨੇ ਆਪਣੇ ਹਿਸਾਬ ਨਾਲ ਚਲੇ, ਕਿਉਂਕਿ ਸਰਕਾਰਾਂ ਨੇ ਉਹ ਜਿਹੜਾ ਪੋਲੀਟੀਕਲ ਮਾਈਲੇਜ ਹਮੇਸ਼ਾ ਲੈਣੀ ਹੁੰਦੀ ਹੈ ਉਹਦੇ ਲਈ ਵੀ ਠੀਕ ਹੈ। ਪਰ ਦੇਖੋ ਜੀ ਪੋਲੀਟੀਕਲ ਮਾਈਲੇਜ ਕੋਈ ਬੰਦਾ ਲੈ ਰਿਹਾ ਹੈ ਤੇ ਨਾਲ ਨਾਲ ਪਬਲਿਕ ਦਾ ਵੀ ਫਾਇਦਾ ਹੋ ਰਿਹਾ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਜਨਤਾ ਦਾ ਫਾਇਦਾ ਹੋ ਰਿਹਾ ਹੈ। ਉਸ ਪੁਆਇੰਟ ਆਫ ਵਿਊ ਨਾਲ ਲੋਕਾਂ ਨੇ ਇਸ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਮੰਨਿਆ ਜੀ। ਹਾਲਾਂਕਿ ਜਦੋਂ ਕਿ ਐਕਚੁਅਲ ਬਜਟ ਦੀ ਪੋਜੀਸ਼ਨਸ ਆਉਣਗੀਆਂ ਤਾਂ ਪਤਾ ਲੱਗੇਗਾ। ਆਪਾਂ ਇਮੀਡੀਏਟਲੀ ਨਹੀਂ ਕਹਿ ਸਕਦੇ। ਬਜਟ ਤਾਂ ਹਜੇ ਉਹਨਾਂ ਨੇ ਪੇਸ਼ ਕੀਤਾ, ਹਜੇ ਉਹਦੀ ਕਾਪੀਆਂ ਨਿਕਲਣਗੀਆਂ, ਉਹਦੇ ਵਿੱਚ ਕੰਡੀਸ਼ਨਸ ਆਉਣਗੀਆਂ ਜੀ, ਸੁਪਰਵਿਜ਼ਨਸ ਆਉਣਗੇ। ਉਹਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਕਿ ਜਦੋਂ ਜਾ ਕੇ ਸਬਜੈਕਟ ਟੂ ਲੱਗਦਾ ਤੇ ਜਾ ਕੇ ਦੇਖਦੇ ਆਪਾਂ ਨੂੰ ਪੱਲੇ ਕੁਝ ਵੀ ਨਹੀਂ ਪਿਆ ਜੀ। ਸੋ ਇਸ ਲਈ ਆਪਾਂ ਇਹਨੂੰ ਅੱਜ ਦੀ ਜਿਹੜੀ ਡਿਬੇਟ ਦੇ ਰਹੇ ਹਾਂ ਓਵਰਆਲ ਕਹਿ ਸਕਦੇ ਹਾਂ ਓਵਰਆਲ ਬਜਟ ਜਿਹੜਾ ਹੈਗਾ ਉਹ ਛੋਟੇ ਲੋਕਾਂ ਲਈ ਕੁਝ ਹੱਦ ਤੱਕ ਬੈਨੀਫਿਟ ਹੈ ਜੀ। ਲੇਕਿਨ ਜ਼ਿਆਦਾ ਵਾਲਿਆਂ ਨੂੰ ਉਹਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੋਏਗਾ। ਬਿਲਕੁਲ। ਸੋ ਭਾਟੇ ਜੀ ਤੁਹਾਡੇ ਤੱਕ ਆ ਰਹੇ ਹਾਂ। ਸਾਡੇ ਦੇਸ਼ ਦੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੋ ਅੱਜ ਪੁਆਇੰਟਸ ਦਿੱਤੇ ਨੇ, ਜੋ ਕੀ ਹਾਈਲਾਈਟਸ ਕੀਤੇ ਹੈਗੇ ਨੇ, ਕਾਰੋਬਾਰੀ ਕਿੱਦਾਂ ਦੇਖ ਰਹੇ ਨੇ ਇਸ ਬਜਟ ਨੂੰ? बिजनेसमैन ਲਈ ਇਹ ਬਜਟ ਬਹੁਤ ਅੱਛਾ ਹੈ जी। स्पेशली स्टार्टअप्स ਜਿਹੜੇ ਹੈ और गवर्नमेंट ने एक अनाउंसमेंट ਕੀਤਾ है कि
ਐਗਰੀਕਲਚਰ ਲਈ ਇੱਕ ਐਗਰੀਕਲਚਰ ਸਟਾਰਟਅਪਸ ਨੇ ਉਹਨਾਂ ਲਈ ਇੱਕ ਐਕਸੀਲਰੇਟਰ ਫੰਡ ਤਿਆਰ ਕੀਤਾ ਹੈ ਜੀ। ਸੋ ਉਹਦੇ ਚ ਗਵਰਨਮੈਂਟ ਨੇ ਕਿਹਾ ਹੈ ਕਿ ਜਿੰਨੇ ਫੰਡਡ ਔਰ ਨਾਨ ਫੰਡਡ ਸਟਾਰਟਅਪਸ ਹੈ ਦੋਨਾਂ ਨੂੰ ਬੈਨੀਫਿਟ ਮਿਲੇਗਾ ਔਰ ਅੱਜ ਦੀ ਜ਼ਰੂਰਤ ਐਗਰੀਕਲਚਰ ਨੂੰ ਐਗਰੀਕਲਚਰ ਸਟਾਰਟਅਪ ਦੀ ਹੈ। ਅਗਰ ਐਗਰੀਕਲਚਰ ਨੂੰ ਬੈਨੀਫਿਟ ਮਿਲਦਾ ਹੈ ਤਾਂ ਫਾਰਮਰਸ ਨੂੰ ਬੈਨੀਫਿਟ ਮਿਲੇਗਾ। ਸੋ ਦਿਸ ਇਜ਼ ਵੈਰੀ ਗੁੱਡ ਸਟੈਪ। ਔਰ ਸੈਕੰਡਲੀ ਸਟਾਰਟਅਪਸ ਲਈ ਬਹੁਤ ਕੁਝ ਕੀਤਾ ਹੈ, ਮਤਲਬ ਉਹਨਾਂ ਨੂੰ ਟੈਕਸ ਬੈਨੀਫਿਟ ਜਿਹੜਾ 7 ਸਾਲ ਲਈ ਮਿਲਦਾ ਸੀ 10 ਸਾਲ ਕਰ ਦਿੱਤਾ ਉਹ। ਤਾਂ ਉਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਗਵਰਨਮੈਂਟ ਨੇ ਕੀਤੀਆਂ ਕਿ ਯੂ نو ਆਰਟੀਫੀਸ਼ੀਅਲ ਇੰਟੈਲੀਜੈਂਸ ਦੈਟ ਇਜ਼ ਟੂ ਬੀ ਬੈਨੀਫਿਟ 10,000 ਕਰੋੜ ਰੁਪਏ ਰੱਖਿਆ ਗਵਰਨਮੈਂਟ ਨੇ ਉਹਦੇ ਲਈ। ਹਾਂ, ਉਹਨਾਂ ਨੇ ਪ੍ਰਮੋਟ ਕੀਤਾ ਕਿਉਂਕਿ ਦਿਸ ਇਜ਼ ਦ ਨੀਡ ਆਫ ਦਾ ਆਰ, ਕਿਉਂਕਿ ਟੈਕਨੋਲੋਜੀ ਸੈਕਟਰ ਹੀ ਸਭ ਤੋਂ ਜ਼ਿਆਦਾ ਗਰੋ ਕਰ ਰਿਹਾ ਸਾਡੀ ਕੰਟਰੀ ਵਿੱਚ, ਉਹਨੂੰ ਗਵਰਨਮੈਂਟ ਨੇ ਪੁਸ਼ ਕਰਨ ਦੀ ਜ਼ਰੂਰਤ ਕੀਤੀ ਹੈ। ਹੋਰ ਉਹਨਾਂ ਨੇ ਬੈਨੀਫਿਟ ਦਿੱਤੇ ਹੈ ਕਿ ਤੁਸੀਂ ਅੱਗੋਂ ਆਧਾਰ ਕਾਰਡ ਦਿਖਾਉਣਾ ਪੈਂਦਾ ਸੀ ਆਪਣੀ ਪਛਾਣ ਪੱਤਰ ਲਈ, ਹੁਣ ਤੁਸੀਂ ਆਪਣਾ ਪੈਨ ਕਾਰਡ ਵੀ ਦਿਖਾ ਸਕਦੇ ਹੋ। ਪੈਨ ਕਿਧਰੇ ਅਗਰ 에ਅਰਪੋਰਟ ਤੇ ਜਾ ਰਹੇ ਹੋ ਕਿਧਰੇ ਵੀ ਜਾ ਰਹੇ ਹੋ ਪੈਨ ਕਾਰਡ ਕਰਕੇ ਵੀ ਤੁਸੀਂ ਆਪਣੀ ਸੋ ਉਸ ਤੋਂ ਇਲਾਵਾ ਗਵਰਨਮੈਂਟ ਨੇ ਜਿਹੜੇ ਟੈਕਸ ਬੈਨੀਫਿਟ ਦਿੱਤਾ 5 ਤੋਂ 7 ਲੱਖ ਕਰ ਦਿੱਤਾ, ਉਹ ਪਤਾ ਇੱਕ ਮਿਡਲ ਕਲਾਸ ਨੂੰ ਬਹੁਤ ਬੈਨੀਫਿਟ ਹੈ ਉਹਦਾ। ਮਿਡਲ ਕਲਾਸ ਨੂੰ ਇਸ ਲਈ ਬੈਨੀਫਿਟ ਹੈ ਕਿ ਹੁਣ 10 ਤੋਂ 11 ਲੱਖ ਰੁਪਏ ਤੱਕ ਉਹਨਾਂ ਨੂੰ ਟੈਕਸ ਨਹੀਂ ਦੇਣਾ ਪਏਗਾ ਕਿਉਂਕਿ 1.5 ਲੱਖ ਦੀ ਐਗਜ਼ੈਂਪਸ਼ਨ ਹੈ ਜਿਹੜੀ ਉਹ ਵੀ ATC ਦੀ ਐਗਜ਼ੈਂਪਸ਼ਨ ਉਹ ਵੀ ਮਿਲੇਗੀ। ਫਿਰ ਉਸ ਤੋਂ ਇਲਾਵਾ ਜਿਨ੍ਹਾਂ ਨੇ ਹਾਊਸਿੰਗ ਲੋਨ ਲਿਆ ਉਹ ਵੀ ਬੈਨੀਫਿਟ ਹੈ। ਬਟ ਅਗਰ ਗਵਰਨਮੈਂਟ 2 ਲੱਖ ਦੇ ਨਾਲ ਇੱਕ 50,000 ਰੁਪਏ ਦਾ ਹਾਊਸਿੰਗ ਨੂੰ ਵੀ 50,000 ਦਾ ਹੋਰ ਦਾ ਬੈਨੀਫਿਟ 1.5 ਤੋਂ ਜਿਹੜਾ 1.5 ਲੱਖ ਦਾ ਬੈਨੀਫਿਟ ਮਿਲਦਾ 2 ਲੱਖ ਕਰ ਦਿੰਦੀ ਤਾਂ ਉਹ ਬੈਨੀਫਿਟ ਹੁੰਦਾ। ਹਾਊਸਿੰਗ ਸੈਕਟਰ ਨੂੰ ਵੀ ਇੱਕ ਬੂਮ ਮਿਲ ਜਾਂਦਾ ਕਿਉਂਕਿ ਅਜੇ ਜ਼ਰੂਰਤ ਹੈ ਕਿ ਗਰੋਥ ਇੰਡੀਆ ਜਿਵੇਂ ਦੇਖ ਰਿਹਾ 6.5% ਅਗਰ ਉਹ 7.5% ਤਾਂ ਹਾਊਸਿੰਗ ਸੈਕਟਰ ਨੂੰ ਬੂਮ ਦੇਣਾ ਚਾਹੀਦਾ ਸੀ। ਸੋ ਉਹ ਮਿਸ ਕਰ ਗਏ ਥੋੜਾ ਜਿਹਾ। ਬਾਕੀ ਓਵਰਆਲ ਬਜਟ ਇਜ਼ ਵੈਰੀ ਗੁੱਡ। ਦਿਸ ਇਜ਼ ਗੁੱਡ ਫॉर ਸਟਾਰਟਅਪ, ਗੁੱਡ ਫॉर MSME ਆਲਸੋ, ਐਂਟਰਪ੍ਰੈਨਿਓਰਸ ਲਈ ਵੀ ਜਿਹੜਾ ਹੈਗਾ ਕੰਮ ਹਾਂ ਬਹੁਤ ਬੈਨੀਫਿਟ। ਸੋ ਭਾਟੀਆ ਸਾਹਿਬ ਇਹ ਤੁਸੀਂ ਦੱਸਿਆ ਵੀ ਆਮ ਆਦਮੀ ਨੂੰ ਤਾਂ ਜ਼ਰੂਰ 5 ਤੋਂ 7 ਲੱਖ ਦੀ ਜਿਹੜੀ ਇਹਦੇ ਚ ਛੂਟ ਮਿਲੇਗੀ, ਰਿਬੇਟ ਨੂੰ ਮਿਲੇਗੀ, ਉਹਦੇ ਲਈ ਥੋੜਾ ਫਾਇਦੇਮੰਦ ਹੈ। ਤੁਹਾਡੇ ਵਰਗੇ ਕਾਰੋਬਾਰੀ ਆ ਖਾਸ ਕਰ ਆਨਲਾਈਨ ਕਾਰੋਬਾਰੀ ਜਿਹੜੇ ਹੈਗੇ ਨੇ, ਜਿੱਦਾਂ ਤੁਸੀਂ ਕੰਮਕਾਰਟ ਨੂੰ ਦੇਖ ਰਹੇ ਹੈਗੇ ਆ, ਫਿਜ਼ੀਕਲ ਨੂੰ ਦੇਖ ਰਹੇ ਹੋ, ਉਸ ਐਂਗਲ ਤੋਂ ਤੁਸੀਂ ਕਿੱਦਾਂ ਦੇਖਦੇ ਹੋ? ਇਹ ਤੁਹਾਡੇ ਵਰਗੇ ਮੈਂ ਕਹਾਂ ਵੱਡੇ ਕਾਰੋਬਾਰੀਆਂ ਲਈ ਕਿੱਦਾਂ ਇਹ ਹੈਗਾ ਲਾਭਦਾਇਕ ਹੈ ਜਾਂ ਨਹੀਂ? ਸਰ ਜਿੰਨੇ ਸਟਾਰਟਅਪਸ ਨੇ, ਕਿਉਂਕਿ ਸਟਾਰਟਅਪ ਨੂੰ ਨਾ ਕੋਈ ਇੰਨਾ ਫਾਇਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ 8 ਤੋਂ 10 ਸਾਲ ਤੇ ਲੱਗ ਜਾਂਦੇ ਪ੍ਰੋਫਿਟੇਬਲ ਹੁੰਦੇ ਹੀ। तो गवर्नमेंट ने देख लिया कि बहुत घट स्टार्टअप है ਜਿਹੜੇ ਪ੍ਰੋਫਿਟੇਬਲ 5-6 ਸਾਲਾਂ ਚ ਹੋ ਸਕਦੇ ਆ ਤੇ ਉਹਦੇ ਚ ਇੰਨਾ ਬੈਨੀਫਿਟ ਤੇ ਨਹੀਂ ਹੋਏਗਾ। ਪਰ ਜਿਹੜੀ ਗਵਰਨਮੈਂਟ ਐਗਰੀ ਲਈ ਪੁਸ਼ ਕਰ ਰਹੀ, ਹੋਰ ਵੀ ਬੜੀ ਚੀਜ਼ਾਂ ਮੈਨੂੰ ਯਾਦ ਨਹੀਂ ਹੈ ਬਟ ਗਵਰਨਮੈਂਟ ਨੇ ਕਾਫੀ ਕੁਝ ਅਨਾਉਂਸ ਕੀਤਾ ਹੈ ਐਗਰੀ ਲਈ। ਸੋ ਆਈ ਥਿੰਕ ਇੱਕ ਚੀਜ਼ ਮਿਸ ਕਰ ਗਏ ਕਿ ਜਿਹੜਾ ਬਜਟ ਲਾਸਟ ਟਾਈਮ ਗਵਰਨਮੈਂਟ ਨੇ ਕਿ रूरल डेवलपमेंट ਲਈ ਬਜਟ ਨਹੀਂ ਰੱਖਿਆ। रूरल डेवलपमेंट ਨੂੰ ਪਿਛਲੇ ਸਾਲ 10,000 ਕਰੋੜ ਰੁਪਏ ਰੱਖਿਆ ਸੀ, ਇਸ ਸਾਲ ਇਹਦੇ ਬਾਰੇ ਦੱਸਿਆ ਨਹੀਂ। ਉਹ ਤਾਂ ਹੀ ਪਤਾ ਲੱਗੇਗਾ ਜਦੋਂ ਕਾਪੀਆਂ ਬਾਹਰ ਆਣਗੀਆਂ। ਪਿੰਡੂ ਵਿਕਾਸ ਦੀ ਗੱਲ ਹੋ ਰਹੀ ਹੈ, ਹਾਂਜੀ ਵਿਕਾਸ ਦੀ ਜੀ ਬਿਲਕੁਲ। ਸੋ ਸ਼ਰਮਾ ਜੀ ਤੁਹਾਡੇ ਤੇ ਵੀ ਆ ਰਹੇ ਆ, ਕੌਮਨ ਦੀ ਆਪਾਂ ਗੱਲ ਸਕਦੇ ਆ। ਜਿੱਦਾਂ ਭਾਟੀਆ ਸਾਹਿਬ ਉਹਨਾਂ ਨੇ ਕਿਹਾ ਕਿ ਹਾਊਸਿੰਗ ਸੈਕਟਰ ਨੂੰ ਥੋੜਾ ਇਹਦੇ 'ਚ ਧਿਆਨ ਦੇਣ ਦੀ ਲੋੜ ਪੈ ਗਈ ਸੀਗੀ ਤੇ ਆਮ ਆਦਮੀ ਜਦੋਂ ਕੋ ਆਪਣਾ ਘਰ ਬਣਾਉਣ ਦੀ ਵੀ ਸੋਚਦਾ ਹੈ ਤੇ ਟੈਕਸਾਂ ਤੋਂ ਉੱਪਰ ਜਾ ਕੇ ਜੇ ਕੋਈ ਸੋਚਦਾ ਤਾਂ ਉਹ GST ਦੇ ਐਂਗਲ ਨੂੰ ਲੈ ਕੇ ਚੱਲਦਾ ਹੁੰਦਾ ਹੈ। ਸੋ ਤੁਹਾਡਾ ਸਬਜੈਕਟ ਹੈ, ਮਾਹਿਰ ਹੋ ਤੁਸੀਂ, GST ਦੇ ਐਂਗਲ ਤੋਂ ਕਿੱਦਾਂ ਦੇਖ ਰਹੇ ਹੋ ਇਸ ਬਜਟ ਨੂੰ? सर अगर मैं थोड़े नाल थोड़ा पहले डाटा शेयर करना चाहूँगा कि पिछले 9 महीने का जो डाटा कल सर्वे इकोनॉमिक सर्वे ਦੇ ਵਿੱਚ ਜੋ ਆਇਆ ਉਹ ਇਹ ਦਿਖਾਉਂਦਾ ਹੈ ਕਿ ਚਾਹੇ ਉਹ ਆਪਣਾ ਇਨਕਮ ਟੈਕਸ ਹੈ ਚਾਹੇ ਉਹ GST ਹੈ, ਇਨਕਮ ਟੈਕਸ 'ਚ 26% ਦੀ ਗਰੋਥ ਦਰਜ ਕੀਤੀ ਗਈ ਹੈ ਤੇ GST ਦੇ ਵਿੱਚ 24% ਦੀ ਗਰੋਥ ਦਰਜ ਕੀਤੀ ਗਈ ਹੈ। ਤੇ ਜੇ 26% ਔਰ 24% ਦੀ ਇਨਕਰੀਜ਼ ਸਾਡੇ ਟੈਕਸਿਸ ਦੇ ਵਿੱਚ ਹੈਗੀ ਹੈ, ਡੈਫੀਨਿਟਲੀ ਸਾਡਾ ਰੈਵਨਿਊ ਪਾਰਟ ਜਿਹੜਾ ਕਾਫੀ ਅੱਛਾ ਪਰਫਾਰਮ ਕਰ ਰਿਹਾ, ਖਾਸ ਕਰਕੇ ਪਿਛਲੇ 8-9 ਮਹੀਨਿਆਂ 'ਚ ਜੇ ਮੈਂ ਉਹਨੂੰ ਪਿਛਲੇ 1-2 ਸਾਲ ਤੋਂ ਪਹਿਲਾਂ ਦੇ ਨਾਲ ਕੰਪੇਅਰ ਕਰਾਂ। ਇਹ ਵੀ ਬਿਲਕੁਲ ਠੀਕ ਗੱਲ ਹੈ ਕਿ GST ਦੀ ਕਲੈਕਸ਼ਨ ਵੀ ਮੰਥ ਦਰ ਮੰਥ ਲਗਾਤਾਰ ਵੱਧਦੀ ਚਲੀ ਗਈ ਹੈ। ਹੁਣ ਅਸੀਂ 1.5 ਲੱਖ ਕਰੋੜ ਤੋਂ ਉੱਤੇ ਕਲੈਕਸ਼ਨ ਹਰ ਮਹੀਨੇ ਕਰ ਰਹੇ ਹਾਂ। ਇਹਦਾ ਮਤਲਬ ਇਹ ਹੈ ਕਿ ਜਿਹੜੀ ਸਾਡੀ ਇਕਨੋਮਿਕ ਐਕਟੀਵਿਟੀਆਂ ਉਹ ਕਾਫੀ ਅੱਛੀਆਂ ਪਰਫਾਰਮ ਕਰ ਰਹੀਆਂ ਔਰ ਸਾਡੇ ਇੰਡੀਕੇਟਰਸ ਕਾਫੀ ਅੱਛੇ ਹਨ। ਲੇਕਿਨ ਸੈਟਬੈਕ ਜਿਹੜਾ ਲੱਗ ਰਿਹਾ ਇੰਡੀਅਨ ਇਕਨੋਮੀ ਨੂੰ, ਉਹ ਲੱਗ ਰਿਹਾ ਕਿ ਅਸੀਂ ਅਨਐਮਪਲਾਇਮੈਂਟ ਨੂੰ ਕੁਝ ਐਡਰੈਸ ਨਹੀਂ ਕਰ ਪਾ ਰਹੇ। ਪਲੱਸ ਜਿਹੜੀ ਇੰਟਰਨੈਸ਼ਨਲ ਇੱਕ ਸਥਿਰਤਾ ਬਣੀ ਹੋਈ ਹੈ ਕਿ ਜਿਵੇਂ ਰਸ਼ੀਆ ਔਰ ਯੂਕਰੇਨ ਦਾ ਵਾਰ ਹੋ ਗਿਆ ਜਾਂ ਉਸ ਤੋਂ ਪਹਿਲੇ ਕੋਵਿਡ ਸੀਗਾ, ਉਹ ਚੈਲੰਜ ਦੀ ਵਜ੍ਹਾ ਨਾਲ ਅਸੀਂ ਵੀ ਕਿਤੇ ਨਾ ਕਿਤੇ ਮਾਰ ਖਾਂਦੇ ਨਜ਼ਰ ਆ ਰਹੇ ਹਾਂ। ਲੇਕਿਨ ਬਿਲਕੁਲ ਉਹ ਚੈਲੰਜ ਜਿਹੜੇ ਅਜੇ ਵੀ ਹੈਗੇ ਕਿਉਂਕਿ ਅੱਜ ਦਾ ਜਿਹੜਾ ਵਰਲਡ ਹੈ ਜਾਂ ਅੱਜ ਦੀ ਜਿਹੜੀ ਇਕਨੋਮੀ ਹੈ ਬੜੀ ਇੰਟੀਗ੍ਰੇਟਡ ਇਕਨੋਮੀ ਹੈ। ਕੋਈ ਵੀ ਇਕਨੋਮੀ ਆਈਸੋਲੇਟ ਹੋ ਕੇ ਗਰੋ ਨਹੀਂ ਕਰ ਸਕਦੀ। ਸੇਮ ਇਜ਼ ਦਾ ਕੇਸ ਵਿਦ ਦ ਇੰਡੀਅਨ ਇਕਨੋਮੀ।
ਲੇਕਿਨ ਯੈਸ ਇਹ ਵੀ ਗੱਲ ਠੀਕ ਹੈ ਕਿ ਅਸੀਂ ਬਾਕੀ ਇਕਨੋਮੀਜ਼ ਨਾਲੋਂ ਬੈਟਰ ਪਰਫਾਰਮ ਕਰ ਰਹੇ ਹਾਂ, ਇਹ 'ਚ ਕੋਈ ਦੋਰਾਏ ਨਹੀਂ ਹੈ। ਜਿਹੜੀ ਗੱਲ ਇਸ ਬਜਟ ਦੇ ਅੰਦਰ ਇਸ ਕਿਸਮ ਤੋਂ ਵੱਡੀ ਆਸ ਜਿਹੜੀ ਮਿਡਲ ਕਲਾਸ ਨੂੰ ਸੀ ਕਿ ਸ਼ਾਇਦ ਸਾਨੂੰ ਟੈਕਸ ਵਿੱਚ ਕੋਈ ਰਿਬੇਟ ਮਿਲੇਗੀ, ਲੇਕਿਨ ਜੇ ਤੁਸੀਂ ਬਜਟ ਨੂੰ ਧਿਆਨ ਨਾਲ ਸੁਣਿਆ ਜਾਂ ਦੇਖਿਆ ਹੋਵੇ, ਬਜਟ ਦੀ ਕਾਪੀ ਮੈਂ ਮੋਟਾ ਦੇਖੀ ਹੈ, ਤਾਂ ਉਹਦੇ ਵਿੱਚ ਇੱਕ ਚੀਜ਼ ਜਿਹੜੀ ਅਸੀਂ ਮਿਸ ਕਰ ਰਹੇ ਹਾਂ ਸਾਰੇ, ਉਹ ਇਹ ਕਿ ਜਿਹੜੀ ਇਹਨਾਂ ਨੇ ਟੈਕਸ ਰਿਬੇਟ ਦਿੱਤੀ ਹੈ, ਉਹ ਟੈਕਸ ਰਿਬੇਟ ਇਨਕਮ ਟੈਕਸ ਦੀ ਨਵੀਂ ਰਜੀਮ ਦੇ ਵਿੱਚ ਵਾਸਤੇ ਦਿੱਤੀ ਹੈ, ਨਵੀਂ ਸਕੀਮ ਵਾਸਤੇ ਦਿੱਤੀ ਹੈ। 올ਡ ਸਕੀਮ ਦੇ ਉੱਤੇ ਉਹਨਾਂ ਨੇ ਕੋਈ ਚੇਂਜ ਨਹੀਂ ਕੀਤਾ, ਉਹ ਐਜ਼ ਇਟ ਇਜ਼ ਸਟੈਂਡ ਕਰ ਰਹੀ ਹੈ, ਉਹ ਬਰਕਰਾਰੀ ਹੈ। ਤੇ ਇਹਦਾ ਮਤਲਬ ਹੈ ਕਿ ਜਿਹੜਾ ਟੈਕਸ ਪੇਈ ਜਾਂ ਟੈਕਸ ਅਸੈਸੀ ਜਿਹੜਾ ਸੇਵਿੰਗਸ ਦੀ ਆਪਸ਼ਨ ਨੂੰ ਲੈ ਕੇ ਚੱਲੇਗਾ, ਉਹਦੇ ਵਾਸਤੇ ਕੋਈ ਬੈਨੀਫਿਟ ਇਸ ਬਜਟ 'ਚ ਨਹੀਂ ਦਿੱਤਾ ਗਿਆ। ਸਿਰਫ ਜਿਹੜਾ ਬੰਦਾ ਸੇਵਿੰਗ ਨਹੀਂ ਕਰ ਰਿਹਾ ਉਹਦੇ ਵਾਸਤੇ ਇਹਨਾਂ ਨੇ ਸਲੈਬ ਚੇਂਜ ਕੀਤੀ ਹੈ, ਉਹਦੇ ਵਾਸਤੇ ਜਿਹੜੀ 5 ਲੱਖ ਦੀ ਲਿਮਿਟ ਸੀ ਉਹ 7 ਲੱਖ ਲੈ ਗਏ ਹੈ। ਤੇ ਇਸ ਕਰਕੇ ਮੈਂ ਕਹੂੰਗਾ ਜਦੋਂ ਇਹ ਸਾਰੀ ਚੀਜ਼ ਬਾਹਰ ਆਏਗੀ ਤੇ ਪਬਲਿਕ ਨੂੰ ਖਾਸ ਕਰਕੇ ਜਿਹੜੀ ਸੇਵਿੰਗ ਵਿੱਚ ਬਿਲੀਵ ਕਰਦੀ ਹੈ ਉਹਨੂੰ ਥੋੜੀ ਮਾਇੂਸੀ ਫੇਸ ਕਰਨੀ ਪਏਗੀ ਕਿ ਉਹਨਾਂ ਵਾਸਤੇ ਬਜਟ ਦੇ ਵਿੱਚ ਕੁਝ ਪ੍ਰਾਵਧਾਨ ਨਹੀਂ ਰੱਖਿਆ ਗਿਆ ਹੈ। ਤੇ ਯੈਸ GST ਦੇ ਪੁਆਇੰਟ ਨਾਲ ਚੱਲੀਏ ਤੇ ਕਾਫੀ ਬੈਨੀਫੀਸ਼ੀਅਲ ਹੈ ਇਕਨੋਮੀ ਦੇ ਵਿੱਚ, ਲੇਕਿਨ GST ਨੂੰ ਲੈ ਕੇ ਹਜੇ ਤੱਕ ਬਜਟ ਦੇ ਅੰਦਰ ਕੋਈ ਇਦਾਂ ਦੀ ਗੱਲਬਾਤ ਨਹੀਂ ਰੱਖੀ, ਕਿਉਂਕਿ GST ਆਪਾਂ ਦੇਖਦੇ ਹਾਂ ਹਰ ਸਾਲ ਹਰ ਮਹੀਨੇ ਚੇਂਜ ਹੋ ਜਾਂਦਾ ਹੈ ਤੇ ਹੋ ਸਕਦਾ ਉਹਦਾ ਬਾਅਦ ਵਿੱਚ ਕੋਈ ਨਾ ਕੋਈ ਚੇਂਜਸ ਆਣ, ਲੇਕਿਨ ਕਸਟਮ ਡਿਊਟੀ ਕਾਫੀ ਚੀਜ਼ਾਂ ਦੇ ਉੱਤੇ ਰਿਡਿਊਸ ਕੀਤੀ ਹੈ ਇਹਨਾਂ ਨੇ। ਇਸ ਕਰਕੇ ਮੋਬਾਈਲ ਫੋਨ ਜਾਂ ਤੁਸੀਂ ਵੀ ਮੈਂਸ਼ਨ ਕੀਤਾ ਕਿ ਬੈਟਰੀ ਜਿਹੜੀਆਂ ਇਲੈਕਟ੍ਰਿਕ ਬੈਟਰੀਜ਼ ਨੇ ਉਹ ਆਉਣ ਵਾਲੇ ਟਾਈਮ 'ਚ ਸਸਤੀਆਂ ਹੋਣਗੀਆਂ। ਜੀ ਸੋ ਬਿਲਕੁਲ ਕਈ ਸਾਹਿਬ ਮੈਂ ਤੁਹਾਡੇ ਦੁਆਰਾ ਆ ਰਿਹਾ, ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਇੱਕੋ ਲਾਸਟ ਈਅਰ ਜਿਹੜਾ ਹੈਗਾ ਗਵਰਨਮੈਂਟ ਦਾ ਬਚਿਆ ਹੋਇਆ ਭਾਜਪਾ ਸਰਕਾਰ ਦਾ, ਅੱਗੇ ਉਹਨਾਂ ਨੇ ਬਜਟ ਮੇਰੇ ਖਿਆਲ ਚੋਂ ਇਸੇ ਲਿਹਾਜ਼ ਨਾਲ ਬਣਾਉਣਗੇ ਕਿ ਤੁਹਾਨੂੰ ਦੁਆਰਾ ਫੇਰ ਜਿਹੜਾ ਹੈਗਾ ਅਸੀਂ ਸੱਤਾ ਦੇ ਵਿੱਚ ਆਈਏ, ਕਿਉਂਕਿ ਪੋਲੀਟੀਕਲ ਪਾਰਟੀ ਹੈਗੀ ਹੈ, ਮਾਈਨਸ ਉਹਨਾਂ ਦੀ ਹਮੇਸ਼ਾ ਹੁੰਦੀ ਹੈ। ਤੇ ਇਦਾਂ ਦੇ ਜਿਹੜੇ ਵਾਅਦੇ ਕਰ ਗਏ ਨੇ ਕਿ ਟਰਾਂਸਪੋਰਟ ਇਨਫਰਾਸਟ੍ਰਕਚਰ ਲਈ ਅਸੀਂ 75,000 ਕਰੋੜ ਰੁਪਏ ਰੱਖਿਆ, 10,000 ਕਰੋੜ ਰੁਪਏ ਅਰਬਨ ਡਿਵੈਲਪਮੈਂਟ ਤੇ ਹੈਗਾ, 2.4 ਲੱਖ ਕਰੋੜ ਰੁਪਏ ਰੇਲਵੇ ਸਟੇਸ਼ਨ ਤੇ ਖਰਚ ਕਰਾਂਗੇ। ਇਹ ਇਦਾਂ ਦੇ ਜਿਹੜੇ ਹੈਗੇ ਨੇ ਟਾਰਗੇਟ ਇੱਕ ਸਾਲ ਦੇ ਪੀਰੀਅਡ 50 ਨਵੇਂ 에ਅਰਪੋਰਟ ਬਣ ਗਏ ਨੇ, ਜੋ 10 ਤਾਂ ਸ਼ਾਇਦ ਯੂਪੀ ਦੇ ਵਿੱਚ ਹੀ ਬਣਨੇ ਆ। ਇਹ ਈਜ਼ੀਲੀ ਦੇ ਕੈਨ ਅਚੀਵ, ਈਜ਼ੀਲੀ ਕਰ ਪਾਣਗੇ ਸਰਕਾਰ ਇਹ ਜਿਹੇ ਕਰਾਰ ਪੂਰੇ ਜਨਤਾ ਦਾ? ਦੇਖੋ ਜੀ, ਮੈਂ ਇਸ ਗੱਲ ਨੂੰ ਕਹੂੰਗਾ ਇੱਕ ਲੀਗਲੀ ਰਿਫਾਰਮ ਹੁੰਦਾ, ਕਹਿੰਦੇ ਗੁੱਡ ਲਾਅ ਇਜ਼ ਮੇਡ ਫਰਮ ਬੈਡ ਹੈਪਨਿੰਗਸ। ਠੀਕ ਹੈ, ਇਹਦਾ ਮਤਲਬ ਇਹ ਹੈ ਕਿ ਜੋ ਆਪਣੇ ਪਿੱਛੇ ਵਾਪਰਿਆ ਹੈ ਜੀ ਉਹਦੇ ਚੋਂ ਕੋਈ ਨਵੀਂ ਚੀਜ਼ ਕਰਕੇ ਨਵੀਂ ਚੀਜ਼ ਬਣਾਉਣੀ ਚਾਹੀਦੀ ਹੈ, ਨਿਚੋੜ ਕੱਢ ਕੇ। ਬਿਲਕੁਲ ਠੀਕ। ਲੇਕਿਨ ਆਪਣੇ ਚ ਪਿਛਲੇ 2 ਸਾਲ ਜੇ ਆਪਾਂ ਲਾਈਏ, ਜਦੋਂ ਆਪਾਂ ਕਰੋਨਾ ਚ ਉਜਲੇ ਸੀਗੇ, ਕਰੋਨਾ ਦੇ ਦੌਰਾਨ ਮੈਕਸਿਮਮ ਜਿਹੜਾ ਨੁਕਸਾਨ ਹੋਇਆ ਉਹ ਹੋਇਆ ਸਮਾਲ ਸਕੇਲ ਇੰਡਸਟਰੀ ਦਾ। ਠੀਕ ਹੈ, ਸਮਾਲ ਸਕੇਲ ਇੰਡਸਟਰੀ ਦਾ ਮੈਕਸਿਮਮ ਨੁਕਸਾਨ ਹੋਇਆ ਕਿ ਬੜਾ ਉਹ ਵੀ ਸ਼ਾਇਦ ਮਿਡਲ ਕਲਾਸ ਹੀ ਹੁੰਦੀ ਹੈ ਸਮਾਲ ਸਕੇਲ ਇੰਡਸਟਰੀ, ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ। ਬਿਲਕੁਲ ਇਹਨਾਂ ਲੈਵਲ ਦਾ ਹੋਇਆ, ਉਹਦੇ ਲਈ ਕੋਈ ਖਾਸ ਇਨਸੈਂਟਿਵ ਨਹੀਂ ਦਿੱਤਾ। 1% ਰੇਟ ਆਫ ਟੈਕਸ ਇੰਟਰਸਟ ਦੇ ਉੱਤੇ ਇਹਨਾਂ ਨੇ MSME ਨੂੰ ਦਿੱਤਾ ਹੈ ਜੀ। ਵੇਅਰਐਜ਼ ਜਦੋਂ ਅੱਜ ਤੋਂ 2 ਸਾਲ ਪਹਿਲਾਂ ਰੇਟ ਆਫ ਇੰਟਰਸਟ ਜੇ 9% ਹੋਇਆ ਕਰਦਾ ਹੁੰਦਾ ਸੀਗਾ, ਅੱਜ ਉਹ ਪਹਿਲਾਂ ਹੀ 11 11.5 ਪਹੁੰਚ ਗਏ। ਉਹ ਜੋ 1% ਘਟਾਣਾ ਕੋਈ ਬਹੁਤ ਜ਼ਿਆਦਾ ਬੂਸਟ ਨਹੀਂ ਹੈ। ਮੈਂ ਤੁਹਾਨੂੰ ਦੱਸਿਆ ਕਿ ਜਿੱਦਾਂ ਜੋ ਆਪਣੀਆਂ ਹੈਪਨਿੰਗ ਹੋਈਆਂ, ਤੁਸੀਂ ਦੇਖਣਾ ਜਿੰਨੇ ਵੀ ਆਪਣੇ ਪੰਜਾਬ ਚ ਲਾ ਲਓ, ਹਰਿਆਣਾ ਚ ਲਾ ਲਓ, UP ਚ ਲਾ ਲਓ, ਸਾਰੇ ਜਿਹੜੇ ਪ੍ਰਵਾਸੀ ਵਾਪਸ ਗਏ ਸੀ ਉਹ ਸਮਾਲ ਸਕੇਲ ਤੋਂ ਗਏ ਸੀ। ਮਤਲਬ ਜੇ ਆਪਾਂ ਕਹੀਏ ਵੀ ਕੰਨ ਸਿੱਧਾ ਨਹੀਂ ਫੜਿਆ, ਘੁਮਾ ਕੇ ਫੜ ਲਿਆ ਬੇਸਿਕਲੀ। ਸੋ ਉਸ ਪੁਆਇੰਟ ਆਫ ਵਿਊ ਨਾਲ ਜੇ ਆਪਾਂ ਦੇਖਿਆ ਜਾਵੇ, ਕਿਉਂਕਿ ਜਿੱਦਾਂ ਅੱਗੇ ਰੁਝਾਨ ਆਣਗੇ ਜਾਂ ਵਰਕਿੰਗ ਆਏਗੀ ਤਾਂ ਉਹ ਫਾਈਂਡ ਆਊਟ ਕਰਨਗੇ ਕਿ ਬਹੁਤ ਜ਼ਿਆਦਾ ਸਾਨੂੰ ਬੈਨੀਫਿਟ ਨਹੀਂ ਹੈ। ਲੇਕਿਨ ਇਹ ਨਹੀਂ ਆਪਾਂ ਕਹਿ ਸਕਦੇ 100% ਨਹੀਂ। ਹੁਣ ਦੇਖੋ, ਗਵਰਨਮੈਂਟ ਨੇ ਕਿਹਾ ਕਿ ਅਸੀਂ ਕੈਪੀਟਲ ਇਨਵੈਸਟਮੈਂਟ 1 ਲੱਖ ਕਰੋੜ ਰੁਪਏ ਦੀ ਕਰਾਂਗੇ, ਯਾਨੀ ਪਿਛਲੇ ਸਾਲ ਨਾਲੋਂ 33% ਵੱਧ ਗਈ। ਪਿਛਲੀ ਵਾਰੀ 7500 ਕਰੋੜ ਰੁਪਏ ਸੀ, ਹੁਣ ਇਸ ਵਾਰੀ 1 ਲੱਖ ਕਰੋੜ ਰੁਪਏ ਦਾ ਮਤਲਬ ਇਹ ਹੈ ਕਿ ਦੇਸ਼ ਦੇ ਵਿੱਚ ਇਸ ਵੇਲੇ ਮੈਨੂਫੈਕਚਰਿੰਗ ਦਾ ਸਕੋਪ ਬਹੁਤ ਜ਼ਿਆਦਾ ਹੈ। ਠੀਕ ਹੈ, ਔਰ ਗਵਰਨਮੈਂਟ ਐਕਸਪੈਕਟ ਕਰਦੀ ਹੈ ਕਿ ਜਿੱਦਾਂ ਇਹ ਬ੍ਰਿਟਿਸ਼ ਇਕਨੋਮੀ ਡਾਊਨ ਆਈ ਹੈ ਜਾਂ US ਵੀ ਥੋੜਾ ਬਹੁਤਾ ਉੱਪਰ ਥੱਲੇ ਚੱਲ ਰਿਹਾ, ਚਾਈਨਾ ਡਾਊਨ ਆ ਰਿਹਾ, ਯੂਰਪ ਡਾਊਨ ਆ ਰਿਹਾ, ਕਿ ਲੋਕ ਅੱਜ ਦੀ ਡੇਟ 'ਚ ਇੰਡੀਆ ਨੂੰ ਪ੍ਰੈਫਰ ਕਰਨਗੇ ਉਸ ਦਾ ਬੈਨੀਫਿਟ ਲੈਣ ਲਈ। ਗਵਰਨਮੈਂਟ ਨੇ 1 ਲੱਖ ਕਰੋੜ ਰੁਪਏ ਜਿਹੜਾ ਪ੍ਰਦਾਨ ਕੀਤਾ, ਬਹੁਤ ਅੱਛਾ ਹੈ। ਬਟ ਇਹਦੇ ਵਿੱਚ ਮੇਰੀ ਵੀ ਇਹ ਵਿਚਾਰ ਹੋਊਗਾ ਜਾਂ ਸਾਰਿਆਂ ਦਾ ਹੀ ਖਿਆਲ ਹੋਊਗਾ ਕਿ ਮੈਕਸਿਮਮ ਜਿਹੜੇ ਕੰਟਰੀਬਿਊਸ਼ਨ ਹੈ ਉਹ ਬੜੇ ਲੋਕਾਂ ਨੂੰ ਨਹੀਂ, ਛੋਟੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ, ਤਾਂ ਕਿ ਆਪਣੀ ਪਰ ਕੈਪੀਟਲ ਇਨਕਮ ਵੀ ਵਧੇ। ਮਤਲਬ ਕਹੀਏ ਆਪਾਂ ਜੇ ਦੇਸ਼ ਦੀ ਆਰਥਿਕ ਵਿਕਾਸ ਦੀ ਗੱਲ ਕਰੀਏ ਤਾਂ ਰੀੜ ਦੀ ਹੱਡੀ ਕਿਤੇ ਉਹ ਛੋਟਾ ਜਿਹੜਾ ਬੰਦਾ ਉਹ ਹੁੰਦਾ ਹੈ। ਬਿਲਕੁਲ, ਆਪਣੇ ਵੀ ਦੇਖੋ, ਆਪਾਂ ਹੁਣ ਦੇਖਦੇ ਛੋਟੇ ਦੁਕਾਨਦਾਰ ਹੈ, ਸ਼ਹਿਰ 'ਚ ਅਸੀਂ ਰਹਿੰਦੇ ਆ, ਸਾਰੇ ਦੇਖਦੇ ਇੰਡਸਟਰੀ ਹੈ, ਔਰ ਗਵਰਨਮੈਂਟ ਨੇ ਕਿਹਾ ਹੋਇਆ ਕਿ ਸਮਾਲ ਸਕੇਲ ਇੰਡਸਟਰੀ ਜਿਹੜੀ ਹੈ ਉਹ ਸਪਲਾਈ ਕਰੂਗੀ ਮੇਜਰ ਨੂੰ। ਉਹਨਾਂ ਦਾ ਕੋਈ ਐਕਸਪੋਰਟ ਦਾ ਐਕਸਪੋਜ਼ਰ ਹੈ ਨਹੀਂ। ਉਹ ਛੋਟੇ ਲੋਕ ਜੇ ਉਹਨਾਂ ਨੂੰ ਜੋ ਤਾਂ ਨਹੀਂ ਕੋਈ ਬੈਨੀਫਿਟ ਦੇ ਸਕਦੇ ਤਾਂ ਕੁਝ ਨਹੀਂ ਬਣਨਾ। ਇਸ ਲਈ ਜਿਹੜਾ ਇੱਕ ਸੈਕੰਡ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਚੁਣਾਵੀ ਵਾਅਦਾ, ਦੇਖੋ ਗਵਰਨਮੈਂਟ ਨੇ ਕਿਹਾ ਸੀ ਕਿ 2024 ਤੱਕ ਸਾਰਿਆਂ ਨੂੰ ਮਕਾਨ ਦਿੱਤੇ ਜਾਣਗੇ, PM ਆਵਾਸ ਯੋਜਨਾ। ਬਿਲਕੁਲ ਠੀਕ ਹੈ, ਉਹ ਜਿਹੜੀ ਹੈ ਉਸ ਨੂੰ ਪੂਰਤੀ ਸੋਚਦੇ ਜਿਹੜਾ ਨੇ ਆਪਣੇ ਮਨ 'ਚ 17,000 ਕਰੋੜ ਰੁਪਏ ਦਾ ਆਵਾਸ ਯੋਜਨਾ ਲਈ ਪੈਸਾ ਰੱਖਿਆ। ਬਿਲਕੁਲ ਠੀਕ ਹੈ। ਨਾ ਬੇਸਿਕਲੀ ਕਿਹਾ ਸੀਗਾ ਕਿ ਪਿਛਲੇ 2 ਸਾਲਾਂ ਤੋਂ ਆਵਾਸ ਵਾਲਾ ਦਾ ਕੰਮ ਖਤਮ ਹੀ ਹੋ ਸਕਦਾ, ਸਿਰਫ ਲੋਕਾਂ ਨੂੰ ਜੀਣੇ ਨੂੰ ਉਹਨਾਂ ਦੀ ਵੈਲਫੇਅਰ ਲਈ ਟਾਈਮ ਨਿਕਲ ਗਿਆ। ਬਿਲਕੁਲ, ਗਵਰਨਮੈਂਟ ਉਸ ਨੂੰ ਪੂਰਾ ਨਹੀਂ ਕਰ ਸਕੀ। ਲੇਕਿਨ ਹੁਣ ਜਿਹੜਾ ਇਹ ਪੈਸਾ ਰੱਖਿਆ, ਜੇ ਇਹ ਆਪਣਾ ਅੱਛੀ ਨਿਗਾਹ ਨਾਲ, ਅੱਛੀ ਮਿਹਨਤ ਨਾਲ ਜੇ ਉਹ ਕਰਨ ਤਾਂ ਹੋ ਸਕਦਾ ਹੈ ਇਹ ਹੁਣ ਨਹੀਂ ਤਾਂ ਚਲੋ ਸਾਲ 2 ਸਾਲ ਬਾਅਦ ਅਚੀਵ ਹੋ ਸਕੇ। ਜੀ ਬਿਲਕੁਲ, ਇਹ ਜ਼ਰੂਰ ਇੱਕ
ਇੰਪੋਰਟੈਂਟ ਰਹੇਗੀ, ਕਿਉਂਕਿ ਅੱਜ ਦੀ ਡੇਟ ਜਿਹੜਾ ਬਹੁਤ ਗਰੀਬ ਆਦਮੀ ਹੈ ਉਹ ਪੋਲੀਟੀਕਲੀ ਇਹੀ ਸੋਚਦਾ ਕਿ ਯਾਰ ਮੈਨੂੰ ਜਿਹੜੇ ਵਾਅਦੇ ਕੀਤੇ ਸੀ ਪੂਰੇ ਹੋਏ ਕਿ ਨਹੀਂ ਹੋਏ। ਸੋ ਇਹ ਚੀਜ਼ ਇੰਪੋਰਟੈਂਟ ਹੈਗੀ ਹੈ ਜਿਹੜੀ ਕਿ ਉਹ ਪੂਰੀ ਕਰਨ। ਸੋ ਬਜਟ 'ਚ ਬਾਰ-ਬਾਰ ਇਹੀ ਆ ਰਿਹਾ, ਆਮ ਆਦਮੀ ਨੂੰ, ਕਾਮਨ ਮੈਨ ਨੂੰ ਕੇਂਦਰ ਬਿੰਦੂ 'ਚ ਰੱਖਿਆ ਗਿਆ ਹੈ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ, ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਨੋਇਡਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਸੀਗਾ, ਯੂਪੀ ਦਾ। ਸੋ ਵੀਡੀਓ 'ਚ ਕੀ ਸੀ, ਇੱਕ ਬੰਦਾ ਉਹ ਸੜਕ ਦੇ ਕਿਨਾਰੇ ਬੈਠ ਕੇ ਫੜੀ ਲਾ ਕੇ, ਕੁੱਖਾ ਵੀ ਨਹੀਂ ਆਉਂਦਾ, ਸਿਗਰਟ ਬੀੜੀਆਂ ਵੇਚ ਰਿਹਾ ਹੁੰਦਾ ਹੈ। ਤੇ ਉਹਨੇ ਇੱਕ ਬੰਦਾ ਜਾ ਕੇ ਪੁੱਛਦਾ, ਕਹਿੰਦਾ ਜੀ ਆ ਸਾਹਮਣੇ ਜਿਹੜੀ ਨੋਇਡਾ ਅਥਾਰਟੀ ਨੇ ਸ਼ਾਪ ਬਣਾਈਆਂ ਨੇ ਸੜਕ ਤੇ, ਆਪਾਂ ਕੋਕਾ ਕਹਿ ਦਿੰਦੇ ਜਿਹਨੂੰ, ਸਿਟਿੰਗ ਕਾਰਡ ਕਹਿ ਲਓ, ਸਟਿਲ ਕਾਰਡ। ਤੇ ਕਹਿੰਦਾ ਜੀ ਇਹ ਤੁਸੀਂ ਕਿਰਾਏ ਤੇ ਲਿਆ? ਕਹਿੰਦਾ ਹਾਂ ਲਿਆ ਜੀ ਮੈਂ। ਤੇ ਉਹਦਾ ਕਿਰਾਇਆ ਕਿੰਨਾ? ਕਹਿੰਦਾ ਜੀ 3.5 ਲੱਖ ਰੁਪਏ ਮਹੀਨਾ। ਸੜਕ ਤੇ ਬਣੇ ਇੱਕ ਖੋਖੇ ਦਾ ਕੋਈ ਬੀੜੀ ਵਾਲੇ ਨੂੰ ਪੁੱਛਦਾ ਵੀ ਤੂੰ ਇਸ ਚੀਜ਼ ਨੂੰ ਪੇ ਕਰ ਲੇਗਾ? ਔਰ 3.5 ਲੱਖ ਰੁਪਏ ਮਹੀਨਾ ਜੇ ਤੂੰ ਕਿਰਾਇਆ ਦੇਂਗਾ ਤਾਂ ਉੱਪਰ ਤੂੰ ਕੀ ਲਏਗਾ? ਉਸ ਤੋਂ ਘੱਟੋ ਘੱਟ ਕੁਝ ਕਮਾਏਗਾ ਉੱਪਰ। ਉਹ ਕਹਿੰਦਾ ਮੈਂ ਆਪਣਾ ਕਾਰੋਬਾਰ ਹੈਗਾ ਜਿਹੜਾ ਮੈਂ ਉਹ ਜਾ ਕੇ ਵਧਾਵਾਂਗਾ। ਭਾਵ ਇਦਾਂ ਦੀਆਂ ਚੁਣੌਤੀਆਂ ਵੀ ਜਿਹੜੀਆਂ ਹੈਗੀਆਂ ਨੇ, ਜਿਹੜੇ ਆਮ ਬੰਦੇ, ਕਾਮਨ ਬੰਦੇ ਲਈ ਆਈਆਂ ਨੇ। ਹੁਣ ਆਪਾਂ ਇੱਧਰ ਧਿਆਨ ਦੇਈਏ, ਜੇਕਰ ਭਾਟੀਆ ਜੀ ਤੁਹਾਡੇ ਤੇ ਆ ਰਿਹਾ, ਬਿਜਲੀ ਨਾਲ ਚੱਲਣ ਵਾਲੇ ਜਿਹੜੇ ਵਹੀਕਲ ਨੇ ਸਸਤੇ ਹੋ ਜਾਣਗੇ, ਇਲੈਕਟ੍ਰੋਨਿਕ ਗੱਡੀਆਂ ਜਿਹੜਾ ਕਹਿ ਰਿਹਾ ਜ਼ਮਾਨਾ ਆ ਰਿਹਾ ਹੈਗਾ, ਆਪਾਂ ਇਲੈਕਟ੍ਰੋਨਿਕ ਗੈਜਟ ਕਹਿ ਲਈਏ, ਮੋਬਾਈਲ ਫੋਨ ਕੈਮਰੇ ਸਸਤੇ ਹੋ ਜਾਣਗੇ, ਬਾਇਓਗੈਸ ਨਾਲ ਜੁੜੀਆਂ ਚੀਜ਼ਾਂ, LED ਟੀਵੀ ਸਸਤੇ ਹੋਣਗੇ, ਸੋਨੇ ਚਾਂਦੀ ਦੇ ਗਹਿਣੇ ਸਸਤੇ ਹੋਣਗੇ, ਸਿਗਰਟ ਮਹਿੰਗੀ ਹੋ ਜਾਏਗੀ। ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਇਹ ਸਾਡੀ ਇਕਨੋਮਿਕ ਗਰੋਥ ਨੂੰ ਕਿੰਨਾ ਕਹਿ ਲਓ ਵੀ ਬੂਸਟ ਕਰਦੀਆਂ ਨੇ? Sir, EV is the future. जी. Electronic vehicles, they are future. The game is totally going to change now. ਪਹਿਲੇ ਜਿਹੜੇ ਡੀਜ਼ਲ ਪੈਟਰੋਲ ਤੇ ਚੱਲਦੇ ਸੀ, ਵੱਡੇ ਸ਼ਹਿਰਾਂ ਦੇ ਵਿੱਚ ਆਲਰੇਡੀ EV ਬਹੁਤ ਮੋਟੇ ਲੈਵਲ ਤੇ ਪਹੁੰਚ ਚੁੱਕੀ ਹੈ। ਹੁਣ ਤੇ ਆਨਲਾਈਨ ਵੀ ਵਿਕ ਰਹੀ ਹੈ EV, you know। ਇੱਕ ਕੰਟਰੀ ਦਾ ਮੈਂ ਤੁਹਾਨੂੰ ਜ਼ਿਕਰ ਵੀ ਕਰਾਂਗਾ, ਪਿੱਛੇ ਜੇ ਉਹਨਾਂ ਨੇ ਇਲੈਕਟ੍ਰੋਨਿਕ ਵਹੀਕਲ ਬੰਦ ਕਰਤੇ ਆ। ਉਹ ਕਹਿੰਦੇ ਸਾਡੇ ਮੁਲਕ 'ਚ ਇੰਨੀਆਂ ਗੱਡੀਆਂ ਹੋ ਗਈਆਂ, ਸਾਡੇ ਕੋਲ ਬਿਜਲੀ ਨਹੀਂ ਦੇ ਪਾ ਰਹੇ ਚਾਰਜਿੰਗ ਲਈ ਅਸੀਂ। ਉਹਨਾਂ ਨੇ ਇਸ ਕਰਕੇ ਬੈਨ ਕਰਤੀ ਹੈ। इंडिया तक खैर शुरुआत हो रही है इस चीज की। गवर्नमेंट हैज टू थिंक, you know, these kind of problems can occur। तो ये गवर्नमेंट ਨੂੰ ਦੇਖਣਾ ਪਏਗਾ, ਕਿਉਂਕਿ ਅਜੇ ਤੇ ਸ਼ੁਰੂਆਤ ਹੀ ਹੋਈ ਹੈ। ਸਿਰਫ 1-2% ਹੀ EV व्हीकल ਸਾਡੇ ਕੰਟਰੀ ਚ ਆਈ ਹੈ, ਬਟ देयर विल बी गेम चेंज इन नेक्स्ट 4 to 5 years ਜੀ। ਤੇ ਦੂਸਰਾ ਜਿਹੜੇ ਤੁਸੀਂ ਇਲੈਕਟ੍ਰੋਨਿਕ ਪ੍ਰੋਡਕਟਸ ਬਾਰੇ ਕਿਹਾ ਹੈ, ਉਹ ਇਲੈਕਟ੍ਰੋਨਿਕ ਪ੍ਰੋਡਕਟ ਜਿਹੜੇ ਹੈਗੇ ਉਹ ਜਿੰਨਾ ਉਹਦੇ ਤੇ ਟੈਕਸ ਕੱਟੇਗਾ ਉਹਦਾ ਬੈਨੀਫਿਟ ਹੋਏਗਾ ਗਵਰਨਮੈਂਟ ਨੂੰ। ਟੈਕਸ, ਕਿਉਂਕਿ ਜਿੰਨੀ ਚੀਜ਼ਾਂ ਸਸਤੀਆਂ ਹੋਣਗੀ ਲੋਕ ਖਰੀਦਣਗੇ, ਉਹਦੇ ਨਾਲ GST ਵਧੇਗਾ। ਔਰ ਸਪੈਸ਼ਲੀ 골ਡ ਵਗੈਰਾ, ਕਿਉਂਕਿ 골ਡ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਲੋਕੀ ਬਿੱਲ ਨਹੀਂ ਕਰਦੇ, ਕੈਸ਼ ਤੇ ਲੈਂਦੇ ਆ ਸਭ, ਇੱਕ ਨੰਬਰ ਚ ਲੈਂਦੇ। ਉਹ ਚੀਜ਼ਾਂ ਖਤਮ ਹੋਣਗੀਆਂ। ਗਵਰਨਮੈਂਟ ਨੂੰ ਇਹਨਾਂ ਦੇ GST ਘੱਟ ਕੀਤਾ, ਦੈਟਸ ਵੈਰੀ ਗੁੱਡ ਸਾਈਨ ਜੀ। ਸੋ ਸ਼ਰਮਾ ਜੀ, GST ਤੁਹਾਡਾ ਸਬਜੈਕਟ ਹੈਗਾ, ਇਹ ਜਿੱਦਾਂ ਭਾਟੀਆ ਸਾਹਿਬ ਗੱਲ ਕਰਕੇ ਹਟੇ ਨੇ, ਸੋਨੇ ਚਾਂਦੀ ਦੇ ਗਹਿਣੇ ਸਸਤੇ ਹੋ ਜਾਣਾ ਜਾਂ ਡਾਇਮੰਡ ਸਸਤੇ ਹੋ ਜਾਣਾ, ਹਾਲਾਂਕਿ ਹੁੰਦੇ ਦੇਖੇ ਨਹੀਂ। ਅੱਜ ਵੀ ਆਪਾਂ ਗੱਲ ਕਰੀਏ 54-55 ਹਜ਼ਾਰ ਰੁਪਏ ਤੋਲਾ ਵਿਕ ਰਿਹਾ ਹੋਣਾ, ਇਹ ਕਿੱਡਾ ਪਲੱਸ ਪੁਆਇੰਟ ਰਹਿੰਦਾ ਜਦੋਂ ਸਰਕਾਰ ਇਹਨਾਂ ਚੀਜ਼ਾਂ ਨੂੰ ਸਸਤਾ ਕਰਦੀ ਹੈ ਸਾਡੇ ਦੇਸ਼ ਦੀ ਇਕਨੋਮਿਕ ਗਰੋਥ ਨੂੰ ਉੱਪਰ ਲੈ ਕੇ ਜਾਣ ਲਈ? देखो ਜਿਹੜਾ 골ਡ ਹੈ ਜਾਂ ਜਿਹੜੇ ਲਗਜ਼ਰੀ ਪ੍ਰੋਡਕਟਸ ਹੈ ਉਹ ਬਹੁਤ ਘੱਟ ਪੋਪੂਲੇਸ਼ਨ ਹੈ ਜਿਹੜੀ ਪਰਚੇਜ਼ ਕਰਦੀ ਹੈ ਜਾਂ ਬਾਈ ਕਰਦੀ ਹੈ। ਜਿਹਦੇ ਕੋਲ ਪੈਸਾ ਸਰਪਲਸ ਹੋਏਗਾ ਉਹੀ ਪਰਚੇਜ਼ ਕਰੇਗਾ। ਇੱਕ ਅੰਦਾਜ਼ਾ, ਮਤਲਬ ਵੀ ਆਪਾਂ ਅੰਦਾਜ਼ਾ ਲਾਈਏ ਵੀ ਸਾਡੇ ਦੇਸ਼ ਦੀ ਆਬਾਦੀ ਚੋਂ ਕਿੰਨਾ 5% ਲੋਕ? ਮੈਂ ਮੰਨ ਕੇ ਚੱਲਦਾ ਜੀ, ਕਿਉਂਕਿ ਆਪਾਂ ਇੱਕ ਚੀਜ਼ ਦੇਖਦੇ ਹਾਂ ਕਿ ਦੇਸ਼ ਦੀ 1% ਪੋਪੂਲੇਸ਼ਨ ਕੋਲ 70% ਸੋਰਸਿਸ ਹੈ, ਤੇ ਜੇ ਇਹੀ ਰੇਸ਼ੋ ਲੈ ਕੇ ਚੱਲੀ ਤਾਂ ਮੈਂ ਮੰਨ ਕੇ ਚੱਲਦਾ ਕਿ 1% ਪੋਪੂਲੇਸ਼ਨ ਹੋਏਗੀ ਜਿਹੜੀ ਕਿ ਰੈਗੂਲਰ ਬੇਸਿਸ ਤੇ ਡਾਇਮੰਡ ਜਾਂ 골ਡ ਵਗੈਰਾ ਪਰਚੇਜ਼ ਕਰਦੀ ਹੈ। ਲੇਕਿਨ ਮੈਜੋਰਿਟੀ ਉਹਦੀ ਪੋਪੂਲੇਸ਼ਨ ਜਿਹੜੀ ਹੈ ਉਹ ਤਾਂ ਗਰੀਬੀ ਰੇਖਾ ਦੇ ਨੀਚੇ ਹੀ ਰਹਿੰਦੀ ਹੈ। ਜੇ ਆਪਾਂ ਇसी ਬਜਟ ਦੀ ਗੱਲ ਕਰੀਏ, ਇਸ ਬਜਟ 'ਚ ਆਨਰੇਬਲ ਫਾਈਨਾਂਸ ਮਿਨਿਸਟਰ ਨੇ ਬੜੇ ਫਖਰ ਦੇ ਨਾਲ ਇਹ ਗੱਲ ਕਹੀ ਹੈ ਕਿ ਅਸੀਂ 28 ਮਹੀਨੇ ਲਗਾਤਾਰ 80 ਕਰੋੜ ਲੋਕਾਂ ਨੂੰ ਰੋਟੀ ਮੁਹੱਈਆ ਕਰਾਇਆ, ਫੂਡ ਮੁਹੱਈਆ ਕਰਾਇਆ ਹੈ ਡਿਊਰਿੰਗ ਕੋਵਿਡ। ਇਹ ਗੱਲ ਬਿਲਕੁਲ ਅੱਛੀ ਗੱਲ ਹੈ ਕਿ ਸਰਕਾਰ ਨੇ ਐਸੀ ਚੁਣੌਤੀ ਸਾਹਮਣੇ ਲੈ ਕੇ ਉਸ ਨੂੰ ਫੁੱਲਫਿਲ ਕੀਤਾ ਹੈ ਔਰ ਉਸ ਨੂੰ ਪੂਰਾ ਵੀ ਕੀਤਾ ਹੈ। ਲੇਕਿਨ ਦੂਜੇ ਪਾਸੇ ਅਗਰ ਮੈਂ ਇਹਨੂੰ ਦੇਖਦਾ ਕਿ ਵੀ ਜੇ 80 ਕਰੋੜ ਲੋਕ ਜਿਨ੍ਹਾਂ ਨੂੰ ਸਾਨੂੰ ਹੀ ਜਾਂ ਸਰਕਾਰ ਨੂੰ ਰੋਟੀ ਖਿਲਾਣੀ ਪੈ ਰਹੀ ਹੈ, ਤੇ ਦੇਸ਼ ਦੀ ਗਰਾਊਂਡ ਰਿਐਲਿਟੀ ਕੀ ਹੈ, ਉਹ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਸਾਡੇ ਕੋਲ 80 ਕਰੋੜ ਲੋਕ ਐਸੇ ਜਿਹੜੇ ਕਿ ਆਪਣੀ ਰੋਟੀ ਵੀ ਨਹੀਂ ਕਮਾ ਸਕਦੇ। ਤੇ ਅਸੀਂ ਕੀ ਦਿੱਤਾ? ਤਾਂ ਅਸੀਂ ਉਹਨਾਂ ਨੂੰ ਕੀ ਦਿੱਤਾ ਹੈ? ਉਹਨਾਂ ਵਾਸਤੇ ਕਿਹੜੀਆਂ ਅਪਰਚੁਨਿਟੀਜ਼ ਕ੍ਰੀਏਟ ਕੀਤੀਆਂ? ਜੇ ਕੋਈ ਆਦਮੀ ਜਨਮ ਲੈ ਕੇ ਆਪਣੀ ਰੋਟੀ ਕਮਾ ਨਹੀਂ ਸਕਦਾ, ਇਹਦਾ ਮਤਲਬ ਗਰਾਊਂਡ ਲੈਵਲ ਤੇ ਹਾਲਾਤ ਕੁਝ ਜ਼ਿਆਦਾ ਹੀ ਨਾਜ਼ੁਕ ਹੈ। ਸਾਡੇ ਦੇਸ਼ ਦਾ ਇਨਫਰਾਸਟ੍ਰਕਚਰ ਉਹ ਜਿਹਾ ਹੈ ਹੀ ਨਹੀਂ ਹੈ, ਉਸ ਤਰ੍ਹਾਂ ਦਾ ਸਿਸਟਮ ਹੀ ਨਹੀਂ ਹੈ, ਉਸ ਤਰ੍ਹਾਂ ਐਗਰੀਕਲਚਰ ਦਾ ਉਸ ਬੇਸ ਨਹੀਂ ਹੈ, ਜਾਂ ਵਿਦਆਊਟ ਲੈਂਡ ਹੋਲਡਿੰਗ ਜਿਹੜੀ ਲੇਬਰ ਹੈ ਉਹਦਾ ਇੰਨਾ ਬੇਸ ਨਹੀਂ ਹੈ ਕਿ ਉਹ ਰੋਟੀ ਵੀ ਖਾ ਸਕਦੇ। ਸੱਚਾਈ ਆਪਾਂ ਕਹੀਏ ਤਾਂ ਬਜਟ ਕਹਿੰਦਾ ਜੀ 28 ਮਹੀਨੇ ਲਗਾਤਾਰ ਅਸੀਂ 80 ਕਰੋੜ ਲੋਕਾਂ ਨੂੰ ਰੋਟੀ ਖਿਲਾਈ ਹੈ। ਇਹ ਬਜਟ 'ਚ ਕਿਹਾ ਹੋਣਾ, ਕਰੋਨਾ ਪੀਰੀਅਡ ਦੀ ਗੱਲ ਹੋ ਰਹੀ ਹੈ। ਤੇ ਇਹਦਾ ਮਤਲਬ ਉਸ ਟਾਈਮ ਤੇ ਸਰਕਾਰ ਨੇ ਬਹੁਤ ਅੱਛੀ ਪਹਿਲ ਸੀ, ਸਰਕਾਰ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੇਜ ਕਰਕੇ ਉਹਨਾਂ ਨੂੰ ਐਟਲੀਸਟ ਰੋਟੀ ਤਾਂ ਮੁਹੱਈਆ ਕਰਾਤੀ ਨਾ। ਪਰ ਐਟ ਦਾ ਸੇਮ ਟਾਈਮ ਕਿ ਅਗਰ ਉਹ ਇੱਕ ਸਕੀਮ ਅਗਲੇ ਸਾਲਾਂ ਵਾਸਤੇ ਐਕਸਟੈਂਡ ਵੀ ਹੋਈ ਹੈ ਤਾਂ ਇਹਦਾ ਮਤਲਬ ਹੈ ਕਿ ਹਜੇ ਵੀ ਅਸੀਂ ਦੇਖਦੇ ਹਾਂ ਕਿ ਸਾਡੀ ਮੈਜੋਰਿਟੀ ਪੋਪੂਲੇਸ਼ਨ ਜਿਹੜੀ ਹੈ ਉਹ ਭੁੱਖੀ ਸੋ ਰਹੀ ਹੈ। ਇੱਕ ਪਾਸੇ ਸਾਡੇ ਕੋਲ ਅਨਾਜ ਦੀ
ਪ੍ਰੋਡਕਸ਼ਨ ਇੰਨੀ ਜ਼ਿਆਦਾ ਹੈ ਕਿ ਜਿੰਨਾ ਸਾਨੂੰ ਚਾਹੀਦਾ ਇੱਕ ਸਾਲ 'ਚ ਉਸ ਤੋਂ ਡਬਲ ਪ੍ਰੋਡਕਸ਼ਨ ਅਸੀਂ ਕਰ ਰਹੇ ਹਾਂ ਪਰ ਉਸੇ ਦਿਨ ਜਦੋਂ ਅਸੀਂ ਪ੍ਰੋਡਕਸ਼ਨ ਡਬਲ ਕਰ ਰਹੇ ਹਾਂ ਸਾਡਾ ਬੰਦਾ ਭੁੱਖਾ ਸੋ ਰਿਹਾ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਮਿਸਮੈਚ ਹੈ ਡਿਸਟ੍ਰੀਬਿਊਸ਼ਨ ਦਾ ਤੇ ਉਹ ਜੇ ਡਿਸਟ੍ਰੀਬਿਊਸ਼ਨ ਦਾ ਅੱਜ ਅਸੀਂ 77 ਜਾਂ 74 ਜਾਂ 75ਵਾਂ ਬਜਟ ਪੇਸ਼ ਕੀਤਾ ਅਗਰ ਆਜ਼ਾਦੀ ਤੋਂ 70 ਸਾਲ 75 ਸਾਲ ਬਾਅਦ ਅਸੀਂ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਸਟਰੋਂਗ ਨਹੀਂ ਕਰ ਪਾ ਰਹੇ ਇਹਦਾ ਮਤਲਬ ਸਾਡੇ ਸਿਸਟਮ 'ਚ ਬਹੁਤ ਵੱਡੇ ਪੱਧਰ ਤੇ ਕੋਈ ਗੈਪ ਹੈ ਕੋਈ ਲੂਪ ਹੈ ਜਿਹਨੂੰ ਆਪਾਂ ਨੂੰ ਟੈਕਲ ਕਰਨਾ ਚਾਹੀਦਾ ਐਡਰੈਸ ਕਰਨਾ ਚਾਹੀਦਾ ਸਾਡੇ ਲਈ ਚੈਲੰਜ ਬਹੁਤ ਵੱਡੇ ਨੇ ਬਹੁਤ ਵੱਡਾ ਚੈਲੰਜ ਹੈ ਜੀ ਬਿਲਕੁਲ ਸੋ ਕਈ ਸਾਹਿਬ ਤੁਹਾਡੇ ਤੇ ਹੀ ਆ ਰਹੇ ਜਿੱਦਾਂ ਹੁਣ ਗੱਲ ਕਰਕੇ ਹਟੇ ਨੇ ਸ਼ਰਮਾ ਜੀ ਕਿ ਹਾਲ ਤੱਕ ਅਸੀਂ ਮਤਲਬ ਸਾਡੇ ਦੇਸ਼ ਫਿਗਰ ਵੀ ਦੱਸਣਾ ਨੇ ਇੰਨੇ ਲੋਕ ਨੇ ਜਿਹੜੇ ਕਿ ਇੱਕ ਟਾਈਮ ਦੀ ਰੋਟੀ ਵੀ ਇੰਡੀਪੈਂਡੈਂਟ ਨਹੀਂ ਕਮਾ ਸਕਦੇ ਸਰਕਾਰ ਤੇ ਨਿਰਭਰ ਨੇ ਅਜਿਹੇ ਵਿੱਚ ਸਰਕਾਰ ਕਹਿੰਦੀ ਜੀ 10,000 ਕਰੋੜ ਰੁਪਇਆ ਅਰਬਨ ਡਿਵੈਲਪਮੈਂਟ ਤੇ ਖਰਚ ਕਰਾਂਗੇ ਹਾਲਾਂਕਿ ਭਾਟੀਆ ਜੀ ਕਹਿ ਕੇ ਹਟੇ ਨੇ ਕਿ ਰੂਰਲ ਡਿਵੈਲਪਮੈਂਟ ਦਾ ਕੋਈ ਆਇਆ ਨਹੀਂ 10,000 ਕਰੋੜ ਰੁਪਇਆ ਅਰਬਨ ਡਿਵੈਲਪਮੈਂਟ ਭਾਵ ਫਿਰ ਲੋਕਾਂ ਨੂੰ ਉਹ ਫ੍ਰੀ ਮਕਾਨ ਦੀ ਗੱਲ ਕੀਤੀ ਜਾਏਗੀ ਜਾਂ ਕੁਝ ਕੀਤੀ ਜਾਏਗਾ ਪਿੰਡਾਂ ਦੇ ਵਿਕਾਸ ਦੀ ਗੱਲ ਕੀਤੀ ਜਾਏਗੀ ਇਹ ਵੀ ਸਾਡੇ ਦੇਸ਼ ਦੇ ਆਰਥਿਕ ਵਿਕਾਸ 'ਚ ਮਾਈਨਸ ਵੱਲ ਨਹੀਂ ਜਾਂਦੀ ਚੀਜ਼ ਇਹ ਦੇਖੋ ਜੀ ਇਹਨੂੰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੁਣੇ ਸ਼ਰਮਾ ਜੀ ਨੇ ਕਿ ਵੀ ਉੱਥੇ ਲੋਕਾਂ ਨੂੰ ਖਵਾਇਆ ਖਾਣਾ ਖਵਾਇਆ ਇਹ ਕਰਿਆ ਉਹਨਾਂ ਨੇ ਦੇਖਭਾਲ ਕਰਦੀ ਉਹ ਤਾਂ ਜਦੋਂ ਉਹਨਾਂ ਦਾ ਇੱਕ ਡਿਊਟੀ ਬਣਦੀ ਸੀ ਬਿਕੋਜ਼ ਇਟ ਇਜ਼ ਡਿਊਟੀ ਆਫ ਦਾ ਗਵਰਨਮੈਂਟ ਟੂ ਹੈਲਪ ਹਿਸ ਓਨ ਪੀਜ਼ੈਂਟਸ ਸੋ ਉਹਨਾਂ ਨੇ ਜੋ ਕਰਿਆ ਉਹ ਠੀਕ ਕਰਿਆ ਨਹੀਂ ਪਰ ਇਹ ਤਾਂ ਨਹੀਂ ਨਾ ਉਹ ਲੋਕ ਅੱਜ ਵੀ ਸਰਕਾਰੀ ਰੋਟੀ ਦੇ ਨਿਰਭਰ ਨੇ ਜੇ ਕੋਈ ਇੰਡੀਪੈਂਡੈਂਟ ਕੰਮ ਕਰਦੇ ਹੋਣ ਕੋਈ ਰੋਜ਼ਗਾਰ ਕਰਦੇ ਹੋਣ ਤਾਂ ਅਗਲਾ ਇੱਕ ਟਾਈਮ ਦੀ ਰੋਟੀ ਦਾ ਖਾ ਸਕਦਾ ਮੈਂ ਉਹੀ ਕਹਿ ਰਿਹਾ ਨਾ ਕਿ ਹੁਣ ਗਵਰਨਮੈਂਟ ਨੂੰ ਉਹਨਾਂ ਨੂੰ ਉੱਪਰ ਕੱਢਣਾ ਚਾਹੀਦਾ ਸੀ ਜਿਹੜੇ 80 ਲੱਖ ਬੀਪੀਐਲ ਕੈਟਾਗਰੀ ਤੋਂ ਉੱਪਰ ਲੈ ਕੇ ਆਏ ਉਹ ਸਾਰੇ ਹੀ ਜਿਹੜੇ ਆ ਉਹ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ ਸੀਗੇ ਉਹਨਾਂ ਲਈ ਯੋਜਨਾਵਾਂ ਅੱਛੇ ਤਰੀਕੇ ਨਾਲ ਆਉਣੀਆਂ ਚਾਹੀਦੀਆਂ ਦੇਖੋ ਹੁਣ ਆਪਾਂ ਜਿਹੜਾ ਰੇਲਵੇ ਦਾ 240 ਕਰੋੜ ਰੁਪਏ ਦਾ ਰੇਲਵੇ ਦਾ ਹੁਣ ਇਹਦੇ ਚ ਰੇਲਵੇ ਲੱਗਣੀਆਂ 240 ਕਰੋੜ ਦੀਆਂ ਪੁਰਾਣੀਆਂ ਟ੍ਰੇਨਾਂ ਦੀ ਸਪੀਡ ਵਧੂ ਨਵੀਆਂ ਹੋਰਾਂ ਜਾਣਗੀਆਂ ਇਹਦੇ ਨਾਲ ਇੱਕ ਜਿਹੜਾ ਲੋਅਰ ਮਿਡਲ ਕਲਾਸ ਆ ਉਸ ਨੂੰ ਕੋਈ ਮੈਨੂੰ ਨਹੀਂ ਲੱਗਦਾ ਬਹੁਤ ਫਾਇਦਾ ਹੋਏਗਾ ਕਿਉਂਕਿ ਜਿਹੜਾ ਜੇ ਸਪੀਡ ਵਧੂ ਜਾਂ ਨਵੀਆਂ ਲਾ ਜਾਣਗੇ ਤਾਂ ਉਹਦੇ ਰੇਟ ਵੀ ਜ਼ਿਆਦਾ ਹੋਣਗੇ ਉਹ ਜ਼ਿਆਦਾ ਚੜ ਪਾਏਗਾ ਉਹਦੇ ਸੋ ਜੇ ਆਪਾਂ ਉਸ ਪੁਆਇੰਟ ਨਾਲ ਦੇਖੀਏ ਤਾਂ ਇਹ ਜਿਹੜਾ ਹੈਗਾ ਉਹਨਾਂ ਨੂੰ ਬੈਨੀਫਿਟ ਨਹੀਂ ਉਸ ਪੁਆਇੰਟ ਉਹਨਾਂ ਕੋਈ ਬੈਨੀਫਿਟ ਨਹੀਂ ਮਿਲੇਗਾ ਇੰਨਾ ਪੈਸਾ ਜਿਹੜਾ ਖਰਚ ਹੋ ਰਿਹਾ ਠੀਕ ਹੈ ਖਰਚ ਕਰੋ ਆਪਾਂ ਨੂੰ ਹਮੇਸ਼ਾ ਮਾਡਰਨਾਈਜੇਸ਼ਨ ਨਾਲ ਹੀ ਚੱਲਣਾ ਚਾਹੀਦਾ ਲੇਕਿਨ ਥੋੜੀ ਇਹ ਵੀ ਮਾਈਂਡ 'ਚ ਰੱਖਦੇ ਹੋਏ ਕਿ ਆਪਣੇ ਜਿਹੜੇ ਬੰਦੇ ਗਰੀਬ ਹੈ ਜਾਂ ਜਿਹੜੇ ਇਦਾਂ ਹੈ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਜੀ ਨੋ ਡਾਊਟ ਦੇਖੋ ਹੁਣ ਜਿਹੜੀ ਗਰੋਥ ਉਹਨਾਂ ਨੇ ਗਰੋਥ ਰੇਟ ਦੱਸਿਆ ਉਹ ਦੱਸਿਆ 6.5 ਗਰੋਥ ਰੇਟ ਬਿਲਕੁਲ ਗਵਰਨਮੈਂਟ ਇਜ਼ ਨਾਓ ਐਕਚੁਅਲੀ ਔਨ ਐਕਚੁਅਲਿਟੀ ਜੀ ਲਾਸਟ ਈਅਰ 8% 8.5% ਇਹ ਕੋਈ ਗੱਲ ਬਣਦੀ 8.5% ਗਰੋਥ ਰੇਟ ਨਾਲ ਇੰਡੀਆ ਕਿੱਥੇ ਪਹੁੰਚੂ ਹੁਣ ਉਹਨਾਂ ਨੂੰ ਸਾਰੀ ਰਿਐਲਿਟੀ ਸਮਝ ਆਈ ਹੈ ਤੇ ਅੱਜ 6.5% ਗਰੋਥ ਰੇਟ ਜੇ ਰੱਖਿਆ ਨਾ ਦਿਸ ਇਜ਼ ਐਕਚੁਅਲ ਜੀ ਮੈਨੂੰ ਜਿਸ ਤਰ੍ਹਾਂ ਮੇਰਾ ਖਿਆਲ ਹੈ ਜਾਂ ਜੋ ਹੋ ਰਿਹਾ ਹੈ ਜਿੱਦਾਂ ਪੈਸੇ ਬਾਕੀ ਡਿਸਟ੍ਰੀਬਿਊਟ ਕੀਤੇ ਹੋ ਸਕਦਾ 6.5% ਗਰੋਥ ਮਿਲ ਜਾਵੇ ਜੀ 6.5% ਗਰੋਥ ਤੁਹਾਨੂੰ ਪਤਾ ਅੱਜ ਤੋਂ 3 ਸਾਲ 5 ਸਾਲ ਪਹਿਲਾਂ ਦੀ ਗੱਲ ਹੈ ਅਮਰੀਕਾ ਦੇ ਵਿੱਚ ਰੱਖੀ ਗਈ ਸੀ ਜੀ ਔਰ ਉਹਨਾਂ ਨੇ 8 ਸਾਲਾਂ ਬਾਅਦ ਸਭ ਦਾ ਅਮੀਰ ਦੇਸ਼ ਬਣ ਗਿਆ ਡਿਵੈਲਪਮੈਂਟ ਸਾਰੀ ਕਰ ਲਈ ਉਹਨਾਂ ਨੇ ਇੱਕ ਐਕਚੁਅਲਿਟੀ ਦੇ ਉੱਤੇ ਰੱਖੀ ਸੀ ਅੱਜ ਸਾਡੀ ਸਰਕਾਰ ਨੇ ਵੀ ਉਹਨੂੰ ਐਕਚੁਅਲਿਟੀ ਰੱਖਦਾ ਇਹਨੂੰ ਆਪਾਂ ਜ਼ਰੂਰ ਬੂਸਟ ਕਰੀਏ ਨਹੀਂ ਤਾਂ ਹਮੇਸ਼ਾ ਕਹਿੰਦੇ ਇੰਨੇ ਲੱਖ ਟ੍ਰਿਲੀਅਨ ਇੰਨੇ ਅਸੀਂ 8% ਕਰ ਦਾਂਗੇ ਜਿਹੜੀ ਚੀਜ਼ ਐਕਚੁਅਲ ਹੈ ਉਹਨੂੰ ਆਪਾਂ ਐਕਚੁਅਲ ਕਰੀਏ ਜਿਹੜੀ ਆਪਾਂ ਸਾਬਤ ਕਰ ਸਕੀਏ ਮਤਲਬ ਸਾਬਤ ਕਰ ਸਕੀਏ ਸੋ ਜੇ ਇਸ ਪੁਆਇੰਟ ਨੂੰ ਨਾ ਚੱਲੀਏ ਤਾਂ ਠੀਕ ਹੈ ਲੇਕਿਨ ਜਿਹੜੇ ਮੈਂ ਉਹੀ ਪਹਿਲਾਂ ਵੀ ਆਪਣੀ ਗੱਲ ਪੈਸੇ ਦੀ ਗੱਲ ਗਈ ਸੀ ਕਿ ਜਿਹੜੇ ਬਹੁਤ ਛੋਟੇ ਲੋਕ ਹੈ ਜੀ ਉਹਨਾਂ ਲਈ ਤੁਸੀਂ ਇਹ ਬੈਨੀਫਿਟ ਜ਼ਿਆਦਾ ਦੇਣਾ ਜ਼ਰੂਰੀ ਹੈ ਖੜੀ ਜਾਂ ਛੋਟੀ ਫੈਕਟਰੀ ਜਾਂ ਕੋਈ ਮਾੜਾ ਮੋਟਾ ਲੇਬਰ ਜਿੱਥੇ ਜ਼ਿਆਦਾ ਲੇਬਰ ਓਰੀਐਂਟਡ ਕੰਮ ਹੈ ਹੁਣ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦੇਣਾ ਜਿਸ ਤਰ੍ਹਾਂ ਹੁਣ ਅੱਜ ਦੀ ਡੇਟ 'ਚ ਸ਼ੂ ਇੰਡਸਟਰੀ ਹੈ ਜੀ ਲੈਦਰ ਇੰਡਸਟਰੀ ਬਿਲਕੁਲ ਲੈਦਰ ਇੰਡਸਟਰੀ ਟੋਟਲੀ ਲੇਬਰ ਓਰੀਐਂਟਡ ਇਹਦੇ ਸਾਰਾ ਲੇਬਰ ਦਾ ਕੰਮ ਹੈ ਔਰ ਮੈਕਸਿਮਮ ਐਕਸਪੋਰਟ ਸਾਡਾ ਯੂਰਪ 'ਚ ਹੁੰਦਾ ਸੀ ਅੱਜ ਯੂਰਪ ਦੀ ਹਾਲਾਤ ਖਰਾਬ ਹੋਣ ਕਾਰਨ ਉੱਥੇ ਜਾ ਨਹੀਂ ਰਿਹਾ ਹੁਣ ਉਹ ਬੰਦੇ ਵਿਚਾਰੇ ਵਿਹਲੇ ਹੋ ਗਏ ਹੁਣ ਉਹ ਜੇ ਅੱਗੇ ਲੋਕਲ ਲਈ ਉਹਨਾਂ ਨੂੰ ਕੋਈ ਮਾਰਕੀਟ ਹੈ ਨਹੀਂ ਜਾਂ ਉਹਨਾਂ ਨੂੰ ਕੋਈ ਕ੍ਰੀਏਟ ਕਰਨ ਇਸ ਤਰ੍ਹਾਂ ਦੀ ਮਾਰਕੀਟ ਕ੍ਰੀਏਟ ਕਰਨ ਜਿਹੜੇ ਕਿ ਗਵਰਨਮੈਂਟ ਆਪਣੇ ਲੈਵਲ ਤੇ ਕੋਈ ਖਰੀਦ ਕੇ ਐਦਾਂ ਦੀ ਇੰਸਟੀਚਿਊਟ ਬਣਾਵੇ ਤਾਂ ਕਿ ਆਪ ਕਿਸੇ ਹੋਰ ਕੰਟਰੀਜ਼ ਤੇ ਭੇਜੋ ਜੀ ਕੁਝ ਉਹਨਾਂ ਦਾ ਜਿੱਦਾਂ ਕੋਆਪਰੇਟਿਵ ਕਹਿੰਦੇ ਆਪਾਂ ਉਦਾਂ ਦਾ ਬਣਾਉਣ ਇਸ ਤਰ੍ਹਾਂ ਦੀ ਚੀਜ਼ਾਂ ਪ੍ਰਪੋਜ਼ਲ ਟਾਈਮ ਟੂ ਟਾਈਮ ਜੇ ਹੋਣਗੀਆਂ ਤਾਂ ਹੀ ਕੋਈ ਅੱਗੇ ਨੀਚੇ ਵਾਲਾ ਬੰਦਾ ਉੱਪਰ ਆ ਸਕਦਾ ਜੀ ਐਮਐਸਐਮਈ ਦੀ ਆਪਾਂ ਗੱਲ ਕਰ ਰਹੇ ਸੀ ਕਿ 9000 ਕਰੋੜ ਦਾ ਬਜਟ ਐਮਐਸਐਮਈ ਲਈ ਹੈਗਾ ਆਖਰ ਤੋਂ ਪੂਰੇ ਦੇਸ਼ ਨੂੰ ਕੇਂਦਰ ਚ ਰੱਖ ਕੇ ਬਣਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਪੰਜਾਬ ਤੁਸੀਂ ਮੁੱਖ ਤੌਰ ਤੇ ਜਿਹੜਾ ਹੈਗਾ ਦੇਖ ਰਹੇ ਹੈਗੇ ਹੋ ਐਮਐਸਐਮਈ ਦਾ ਪੰਜਾਬ 'ਚ ਤੁਹਾਨੂੰ ਕੀ ਫਿਊਚਰ ਲੱਗਦਾ ਸਰ ਪੰਜਾਬ 'ਚ ਜੇ ਤੁਸੀਂ ਹਿਸਾਬ ਲਾਓ ਮੇਰੇ ਹਿਸਾਬ ਨਾਲ 70% ਤੋਂ ਜ਼ਿਆਦਾ ਐਮਐਸਐਮਈ ਹੈ ਜੇ ਤੁਸੀਂ ਡਾਟਾ ਕੱਢ ਕੇ ਦੇਖੋਗੇ ਜਿਹੜੀਆਂ ਕਿ ਰਜਿਸਟਰਡ ਚਾਹੇ ਨਾਨ ਰਜਿਸਟਰਡ ਲਗਾ ਲਓ ਟਾਈਨੀ ਐਮਐਸਐਮਈ ਸਮਾਲ ਉਹ ਜਿਹੜੀਆਂ ਸਾਰੀ ਇੰਡਸਟਰੀਜ਼ ਹੈ ਉਹਦੇ ਲਈ 9000 ਕਰੋੜ ਸਾਰੇ ਹਿੰਦੁਸਤਾਨ ਦਾ ਹੈ ਬਿਲਕੁਲ ਕੁਝ ਵੀ ਨਹੀਂ ਹੈ ਬੇਸਿਕਲੀ ਉਹਨਾਂ ਨੂੰ ਤਾਂ ਚੱਕਣਾ ਬਹੁਤ ਜ਼ਰੂਰੀ ਹੈ ਉਹਦੇ ਮੂੰਹ ਜਿਹੜੇ ਵਾਲੀ ਗੱਲ ਹੈ ਬਸ ਉਹੀ ਗੱਲ ਸਮਝ ਲਓ ਕਿ ਇਹ ਜੇ ਸਾਡਾ ਜੇ ਨੀਚੋਂ ਤੋਂ ਉੱਪਰ ਨਹੀਂ ਆਏ ਜਿੰਨੀਆਂ ਵੀ ਹੋਰ ਵੀ ਜਿੰਨੇ ਵੀ ਲੋਕ ਸੋਚਦੇ ਆ ਹੋਰ ਇਹ ਵਿਚਾਰ ਰੱਖਣ ਵਾਲੇ ਇਹ ਕੰਮ ਕਹਿੰਦੇ ਕਿ ਵੀ ਆਪਾਂ ਜੇ ਬੂਸਟ ਕਰਨਾ ਤੇ ਛੋਟੇ ਇਨਸਾਨ ਨੂੰ ਬੂਸਟ ਕਰੋ ਤਾਂ ਕਿ ਉਹ ਕੁਝ ਬਣੇ ਕੁਝ ਅੱਗੇ ਵਧੀਆ ਚੀਜ਼ ਦੇਵੇ ਜਿੱਦਾਂ ਸਟਾਰਟਅਪ ਦੀ ਗੱਲ ਕਰੀਏ ਨੋ ਡਾਊਟ ਸਟਾਰਟਅਪ ਅੱਛੀ ਗੱਲ ਹੈ ਲੇਕਿਨ ਉਹਦਾ ਸਕਸੈਸ ਰੇਟ ਬਹੁਤ ਜ਼ਿਆਦਾ ਨਹੀਂ ਹੈ ਜੀ ਸਕਸੈਸ ਰੇਟ ਕਿਉਂ ਨਹੀਂ ਉਹਨਾਂ ਦਾ ਜ਼ਿਆਦਾ ਕਰ ਪਾ ਰਿਹਾ ਕਿ ਬਿਕੋਜ਼ ਆਫ ਦਾ ਇਕਨੋਮੀ
ਪਿਛਲੇ 2-3 ਸਾਲ ਤੋਂ ਤਾਂ ਕਰੋਨਾ ਚੱਕਰ 'ਚ ਉਲਝ ਗਏ। ਬਿਲਕੁਲ ਠੀਕ ਇਸ ਤੋਂ ਪਹਿਲਾਂ ਜਿਹੜਾ ਹੋਰ ਸੀਗਾ ਕਿ ਯੂਰਪ ਹੁਣ ਥੱਲੇ ਆ ਗਿਆ, ਤਾਂ ਕਰਕੇ ਸਟਾਰਟਅਪਸ ਜਿਹੜੇ ਕਿਤੇ ਸਿਰਫ ਫੋਰਨ 'ਚ ਹੀ, ਉਹ ਫੋਰਨ ਦੀ ਆਪਣੀ ਹਾਲਾਤ ਇਦਾਂ ਦੀ ਹੈ, ਤੇ ਫਿਰ ਇੰਡੀਆ ਦੇ ਵਿੱਚ ਤਾਂ ਹੁਣ ਲੋਕਲ ਛੋਟੀ ਇੰਡਸਟਰੀ ਇਨਕਰੀਜ਼ ਕਰਨੀ ਚਾਹੀਦੀ ਹੈ, ਮੇਰਾ ਐਸਾ ਖਿਆਲ ਹੈ। ਸੋ ਬਿਲਕੁਲ ਛੋਟੀ ਇੰਡਸਟਰੀ ਗੱਲ ਹੋਈ ਸੀ ਭਾਟੀ ਜੀ, ਤੁਹਾਡੇ ਤੱਕ ਆ ਰਹੇ ਹਾਂ। ਹੁਣੇ ਜਿਹੜਾ ਹੈਗਾ ਯੂਪੀ ਗਵਰਨਮੈਂਟ ਇਨਵੈਸਟ ਸਮਿਟ ਕਰਕੇ ਗਈ ਚੰਡੀਗੜ੍ਹ ਦੇ ਵਿੱਚ, ਪੰਜਾਬ ਦੇ ਕੁਝ ਕਾਰੋਬਾਰੀ ਯੂਪੀ ਵੀ ਜਾ ਆਏ ਸੀਗੇ, ਬਜਟ ਨਾਲ ਹੀ ਜੁੜਿਆ ਇੱਕ ਪਹਿਲੂ ਆ ਜਾਂਦਾ ਹੈ। ਤੁਸੀਂ ਵੀ ਯੂਪੀ ਗਵਰਨਮੈਂਟ ਨਾਲ ਆਪਣਾ ਇੱਕ ਐਮਓਯੂ ਸਾਈਨ ਕੀਤਾ ਹੈਗਾ, ਪੰਜਾਬ ਦੇ ਵਿੱਚ ਕਿਉਂ ਨਹੀਂ ਤੁਸੀਂ ਪਹਿਲ ਦਿੱਤੀ, ਯੂਪੀ ਕਿਉਂ ਜਾ ਰਹੇ ਹੋ? ਪੰਜਾਬ ਨੇ ਕੋਈ ਓਪਰਚੁਨਿਟੀ ਨਹੀਂ ਦਿੱਤੀ ਹੈ, ਅਗਰ ਪੰਜਾਬ ਓਪਰਚੁਨਿਟੀ ਦਿੰਦੇ ਤਾਂ ਜ਼ਰੂਰ ਅਸੀਂ ਵੀ ਉਹਨਾਂ ਨਾਲ। ਨਹੀਂ, ਪਿਛਲੇ ਆਪਾਂ 3 ਗਵਰਨਮੈਂਟ ਦੀ ਗੱਲ ਕਰ ਲੈਂਦੇ, ਪਿਛਲੇ 5-5 ਸਾਲ ਜਿਹੜੀ ਗਵਰਨਮੈਂਟ ਰਹੀ ਹੈ, 15 ਸਾਲਾਂ 'ਚ ਨਹੀਂ ਅਜੇ ਓਪਰਚੁਨਿਟੀ ਆਈ। ਉਹ ਇਹਨਾਂ ਨੇ ਜ਼ਿਆਦਾ ਪ੍ਰੈਫਰ ਬਾਹਰ ਦੇ ਲੋਕਾਂ ਨਾਲ ਐਮਓਯੂ ਦੇਖ ਰਹੇ ਦੁਨੀਆ ਭਰ ਤੋਂ, ਖੁੱਲ ਕੇ ਦੱਸੋ ਜਾਂ ਵਿੱਚ ਕੋਈ ਕਮੀ ਹੈ? ਨਹੀਂ, ਮੈਂ ਨਹੀਂ ਕਹਿ ਸਕਦਾ ਕਿ ਗਵਰਨਮੈਂਟ ਦੀ ਕਮੀ ਹੈ, ਇੱਕ ਕਿ ਐਮਓਯੂ ਦੂਜੀ ਸਟੇਟਾਂ ਦੇ ਨਾਲ ਕਰਦੇ ਆ, ਆਪਣੀ ਸਟੇਟਾਂ ਨਾਲ ਨਹੀਂ। ਹੋ ਸਕਦਾ ਕਿ ਯੂਪੀ ਗਵਰਨਮੈਂਟ ਵਾਲਿਆਂ ਨੇ ਐਮਓਯੂ ਆਪਣੀ ਸਟੇਟਾਂ ਵਾਲੇ ਦੇ ਲੋਕਾਂ ਦੇ ਨਾਲ ਨਾ ਕੀਤੇ ਹੋਣ, ਹੋ ਸਕਦਾ, ਮੈਂ ਸ਼ੋਰ ਨਹੀਂ ਕਹਿ ਸਕਦਾ। ਤਾਂ ਇਹ ਐਮਓਯੂ ਜ਼ਿਆਦਾਤਰ ਬਾਹਰ ਜਾ ਕੇ ਕਰਦੇ ਆ। ਨਹੀਂ, ਪਰ ਉਹ ਜਿਹੜੇ ਆਪਾਂ ਕਹੀਏ ਕਾਰੋਬਾਰੀ ਜਿਹੜਾ, ਉਹ ਤਾਂ ਦੇਖਦਾ ਮੈਨੂੰ ਕੀ ਪ੍ਰੋਫਿਟ ਹੋ ਰਿਹਾ, ਤਾਂ ਉਹਦਾ ਜੇ ਲੱਗਿਆ ਹੋਣਾ ਕਿ ਮੈਨੂੰ ਆਉਣ ਵਾਲੇ 2 ਜਾਂ 4-5 ਸਾਲਾਂ 'ਚ ਮੈਨੂੰ ਇਹ ਲਾਭ ਹੋਏਗਾ ਜੇ ਮੈਂ ਯੂਪੀ ਜਾਂਦਾ। ਜ਼ਰੂਰ ਬੈਨੀਫਿਟ ਦਿਖ ਰਿਹਾ ਹੋਵੇਗਾ, ਤਾਂ ਹੀ ਉਹ ਜਾ ਰਿਹਾ ਜੀ। ਹਾਂ, ਤੇ ਦੂਸਰੀ ਗੱਲ ਹੋ ਰਹੀ ਸੀ ਗੱਲ ਕਿ ਸਭ ਤਾਂ ਖੁੱਲ ਕੇ ਕਹਿ ਰਿਹਾ ਕਿ ਸਰਕਾਰ ਦੀ ਨੀਤੀਆਂ 'ਚ ਥੋੜੀ ਉਹਦੇ ਨਹੀਂ, ਉਹ ਹਰ ਗਵਰਨਮੈਂਟ 'ਚ ਕੁਛ ਨਾ ਕੁਛ ਕਮੀ ਹੁੰਦੀ ਹੈ, ਹੁੰਦਾ ਹੀ ਹੈ। ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਇਨਫਰਾਸਟ੍ਰਕਚਰ ਐਂਡ ਆਲ, ਇਨਫਰਾਸਟ੍ਰਕਚਰ ਵਧੇਗਾ ਤੇ ਜੌਬ ਵਧਣਗੀਆਂ। ਕਹਿ ਰਹੇ ਕਿ ਰੇਲਵੇ ਦਾ ਇੰਨਾ ਬਜਟ ਹੈ, ਇੰਨਾ ਕੀਤਾ ਗਿਆ, ਪਰ ਰੇਲਵੇ ਦੇ ਵਿੱਚ ਬਜਟ ਵਧਿਆ, ਇਨਫਰਾਸਟ੍ਰਕਚਰ ਵਧੇਗਾ ਤੇ ਜੌਬ ਵੀ ਉਹਨੀਆਂ ਨਿਕਲਣਗੀਆਂ। तो दिस इज वेरी इंपॉर्टेंट, क्योंकि गवर्नमेंट दैट सी की जॉब क्रिएशन करनी है और इसलिए इंफ्रास्ट्रक्चर ਲਈ ਬਹੁਤ ਫੰਡ ਰੱਖਿਆ ਗਿਆ ਹੈ। ਦਿਸ ਇਜ਼ ਗੁੱਡ ਸਾਈਨ, ਯੂ نو। ਤੁਸੀਂ ਕਹਿ ਰਹੇ ਹੋ ਕਿ ਜੇ ਜੌਬ ਵੀ ਵਧੇਗੀ, ਪ੍ਰਾਈਵੇਟਾਈਜੇਸ਼ਨ ਦੇ ਬੜੇ ਐਲੀਗੇਸ਼ਨ ਲੱਗੇ ਸੀ ਸੈਂਟਰ ਗਵਰਨਮੈਂਟ ਤੇ ਮੋਦੀ ਗਵਰਨਮੈਂਟ ਤੇ, ਹਰ ਸੈਕਟਰ ਪ੍ਰਾਈਵੇਟ ਹੋ ਰਿਹਾ ਹੈ। ਦਿਸ ਇਜ਼ ਬੈਨੀਫੀਸ਼ੀਅਲ ਫॉर आवर ਕੰਟਰੀ, ਇਹ ਸਾਡੀ ਸਟੇਟ ਲਈ ਲਾਭਕਾਰੀ ਹੈਗਾ ਪ੍ਰਾਈਵੇਟ। ਸਰ, ਜਿਹੜੇ ਪ੍ਰਾਈਵੇਟ ਸੈਕਟਰ ਅੱਛਾ ਨਹੀਂ ਕਰ ਰਹੇ, ਰੇਲਵੇ ਦਾ ਵੀ ਪ੍ਰਾਈਵੇਟ ਹੋ ਜਾਣਾ, ਜੇ ਕੱਲ ਜਿਹੜੇ ਸੈਕਟਰ ਅੱਛੇ ਨਹੀਂ ਕਰ ਰਹੇ ਉਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਕਰਨਾ ਇਟਸ ਨਾਟ ਅ ਬੈਡ ਥਿੰਗ। ਇਸ ਤੋਂ ਪਹਿਲਾਂ ਵੀ ਜਿਹੜੀਆਂ ਗਵਰਨਮੈਂਟ ਸੀਗੀ ਉਹਨਾਂ ਨੇ ਵੀ ਕੀਤੇ, ਚਾਹੇ ਤੁਸੀਂ ਇੰਦਰਾ ਗਾਂਧੀ ਦਾ ਟਾਈਮ ਲੈ ਲਓ ਜਾਂ ਦੂਜਿਆਂ ਦਾ ਟਾਈਮ ਲੈ ਲਓ, ਰਾਜੀਵ ਗਾਂਧੀ ਦਾ ਟਾਈਮ ਲੈ ਲਓ, ਉਹਨਾਂ ਨੇ ਵੀ ਇਹ ਕੀਤਾ ਸੀ। ਪਰ ਆਈ ਥਿੰਕ ਹੁਣ ਜਿਵੇਂ 에ਅਰ ਇੰਡੀਆ ਨੂੰ ਪਿਛਲੇ 30 ਸਾਲਾਂ ਤੋਂ ਠੀਕ ਕੀਤਾ ਜਾ ਰਿਹਾ ਸੀ, ਨਹੀਂ ਹੋਇਆ, ਗਵਰਨਮੈਂਟ ਨੂੰ ਕੋਈ ਆਲਟਰਨੇਟਿਵ ਨਹੀਂ ਸੀ, ਗਵਰਨਮੈਂਟ ਨੇ ਉਹ ਸੈਕਟਰ ਨੂੰ ਵੇਚ ਦਿੱਤਾ। ਪਰ ਜਿਹੜੇ ਸੈਕਟਰ ਇੰਪਰੂਵ ਹੋ ਹੀ ਨਹੀਂ ਪਾ ਰਹੇ, ਗਵਰਨਮੈਂਟ ਕੋਲ ਕੋਈ ਆਲਟਰਨੇਟਿਵ ਨਹੀਂ ਉਹਨੂੰ ਪ੍ਰਾਈਵੇਟ ਸੈਕਟਰ ਕੋਲੋਂ, ਕਿਉਂਕਿ ਇੰਨੀਆਂ ਤਨਖਾਹਾਂ ਦੇ ਰਹੇ ਆ ਪਲੱਸ ਘਾਟਾ ਇੰਨਾ ਖਾ ਰਹੇ, ਉਹ ਆਈ ਥਿੰਕ ਦੈਟਸ ਗੁੱਡ ਸਾਈਨ। ਜੀ ਸ਼ਰਮਾ ਜੀ, ਤੁਹਾਡੇ ਤੱਕ ਆ ਰਿਹਾ, ਪ੍ਰਾਈਵੇਟਾਈਜੇਸ਼ਨ ਜਿਹੜੀ ਹੋ ਜਾਂਦੀ ਹੈ, ਭਾਵੇਂ ਸਟੇਟ ਗਵਰਨਮੈਂਟ ਕੋਈ ਡਿਪਾਰਟਮੈਂਟ ਦੀ ਕਰੇ ਜਾਂ ਸੈਂਟਰ ਗਵਰਨਮੈਂਟ ਵੀ ਆ ਕੇ ਕਰੇ, ਇਕਨੋਮਿਕਲ ਦਾ ਇਸ਼ੂ ਦੇ ਵਿੱਚ ਰਹਿੰਦਾ ਹੀ ਰਹਿੰਦਾ। ਐਸੇ ਜੀਐਸਟੀ ਕੋਈ ਇਹ ਵੱਧਦਾ ਹੈ ਪ੍ਰਾਈਵੇਟ ਹੋਣ ਦਾ? ਪਹਿਲੇ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਹਰ ਚੀਜ਼ ਦਾ ਸੋਲੂਸ਼ਨ ਪ੍ਰਾਈਵੇਟਾਈਜੇਸ਼ਨ ਚ ਲੱਭਣਾ ਇਹ ਵੀ ਆਪਣੇ ਆਪ 'ਚ ਇੱਕ ਖਾਮੀ ਹੈ ਜੀ। ਜੇ ਐਸੀ ਗੱਲ ਹੁੰਦੀ ਤਾਂ ਫਿਰ ਇੰਡਸਟਰੀ ਨੂੰ ਬੇਗਲ ਪੈਕੇਜ ਕਿਉਂ ਦਿੱਤੇ ਜਾਂਦੇ? ਬਿਲਕੁਲ ਠੀਕ। ਅਸੀਂ ਇੰਡਸਟਰੀ ਨੂੰ ਵੀ ਟੈਕਸ ਕੰਸੈਸ਼ਨ ਦਿੰਦੇ ਆ ਜਦੋਂ ਇੰਡਸਟਰੀ ਪੂਰੀ ਤਰ੍ਹਾਂ ਪਰਫਾਰਮ ਨਹੀਂ ਕਰਦੀ। ਜੌਬ ਗਰੋਥ ਵੀ ਇੰਡਸਟਰੀ 'ਚ ਇੰਨੀ ਜ਼ਿਆਦਾ ਨਹੀਂ ਹੈ ਜਿੰਨੀ ਕਿ ਅਸੀਂ ਐਕਸਪੈਕਟ ਕਰਦੇ ਹਾਂ ਇੰਡਸਟਰੀ ਤੋਂ। ਪਿਛਲੇ ਕੁਝ ਸਾਲਾਂ 'ਚ ਅਸੀਂ ਦੇਖ ਰਹੇ ਹਾਂ ਕਿ 1.5 ਲੱਖ ਕਰੋੜ ਦੇ ਆਸ-ਪਾਸ ਦਾ ਟੈਕਸ ਬੈਨੀਫਿਟ ਜਿਹੜੇ ਇੰਡਸਟਰੀ ਨੂੰ ਦਿੱਤੇ ਗਏ ਹਨ, ਬਟ ਉਸ ਹਿਸਾਬ ਨਾਲ ਉਹ ਇਸੇ ਕਰਕੇ ਦਿੱਤੇ ਗਏ ਕਿ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਡਿਸਟ੍ਰੈਸ ਵਿੱਚ ਹੈਗੇ ਹਨ। ਅਗਰ ਇੰਡਸਟਰੀ ਜਾਂ ਪ੍ਰਾਈਵੇਟ ਇੰਡਸਟਰੀ ਇੰਨੀ ਜ਼ਿਆਦਾ ਪਰਫਾਰਮ ਅੱਛਾ ਕਰਦੀ ਹੁੰਦੀ ਤਾਂ ਸਾਡੇ ਐਨਪੀਏ ਨਾ ਹੁੰਦੇ। ਸਾਡੇ 10 ਲੱਖ ਕਰੋੜ ਦੇ ਐਨਪੀਏ ਹੈ ਬਿਕੋਜ਼ ਆਫ ਕਿ ਬੈਂਕਾਂ ਤੋਂ ਲੋਨ ਲਿੱਤਾ ਗਿਆ ਔਰ ਉਹ ਵਾਪਸ ਉਹਨਾਂ ਨੂੰ ਦੇ ਨਹੀਂ ਪਾਏ। ਕੁਝ ਪ੍ਰਾਈਵੇਟ ਸੈਕਟਰ ਦੇ ਲੋਕ ਤੇ ਦੇਸ਼ ਛੱਡ ਕੇ ਭੱਜ ਕੇ ਉਹ ਨਾਨ ਪਰਫਾਰਮਿੰਗ ਐਸੈਟ ਹੋ ਗਏ। ਤੇ ਇਸ ਕਰਕੇ ਇਹ ਕਹਿਣਾ ਕਿ ਜੀ ਇੱਕ ਚੀਜ਼ ਪ੍ਰਾਈਵੇਟ ਸੈਕਟਰ 'ਚ ਸਕਸੈਸਫੁਲ ਹੋ ਹੀ ਜਾਏਗੀ ਔਰ ਇਸ ਚੀਜ਼ ਗਵਰਨਮੈਂਟ ਸੈਕਟਰ 'ਚ ਫੇਲ ਹੀ ਹੋ ਜਾਏਗੀ, ਇਹ ਮੈਂ ਨਹੀਂ ਮੰਨਦਾ। ਮੇਰੇ ਵਾਸਤੇ ਥੋੜਾ ਡਿਫਰੈਂਟ ਇਸ਼ੂ ਹੈ। ਸ਼ਰਮਾ ਜੀ, ਇੱਕ ਮਿੰਟ ਰੁਕੋ, ਪਾਟਿਆ ਸਾਹਿਬ, ਸ਼ਰਮਾ ਜੀ ਦੀ ਇਸ ਗੱਲ ਨੂੰ ਕਿੱਦਾਂ ਲੈਂਦੇ ਹੋ ਵੀ ਉਹ ਖਾਮੀ ਹੈ ਸਾਡੀ, ਆਪਾਂ ਹਰ ਚੀਜ਼ ਪ੍ਰਾਈਵੇਟ? ਸਰ, ਹਰ ਜਗ੍ਹਾ 'ਚ ਪ੍ਰੋਬਲਮ ਹੈ, ਹਰ ਚੀਜ਼ ਹਰ ਸੈਕਟਰ ਦੇ ਵਿੱਚ ਡਿਫਰੈਂਟ ਹੈ। ਕੁਝ ਸੈਕਟਰ ਦੇ ਵਿੱਚ ਗਵਰਨਮੈਂਟ ਕੋ ਆਲਟਰਨੇਟਿਵ ਨਹੀਂ, ਗਵਰਨਮੈਂਟ ਨੇ ਉਹਨੂੰ ਪ੍ਰਾਈਵੇਟਾਈਜ਼ ਕਿਤੇ ਸਰਕਾਰਾਂ ਹੱਲ ਨਹੀਂ ਕਰ ਸਕਦੀਆਂ। ਕੁਝ ਨਹੀਂ, ਦੇਖੋ ਜੀ, ਉਹਨਾਂ ਦਾ ਸਰਕਾਰੀ ਕਾਨੂੰਨ ਬੜੀ ਵੱਡੀ ਚੀਜ਼ ਹੁੰਦੀ ਹੈ। ਬਹੁਤ ਚੀਜ਼ਾਂ ਹੈਗੀਆਂ ਜਿੱਥੇ ਗਵਰਨਮੈਂਟ ਕਰ ਸਕਦੀ, ਗਵਰਨਮੈਂਟ ਕੋਈ ਵੀ ਇਨੀਸ਼ੀਏਟਿਵ ਨਹੀਂ ਲੈਂਦੀ। ਗਵਰਨਮੈਂਟ ਕਹਿੰਦੀ ਅਸੀਂ ਦੂਜੇ ਸੈਕਟਰ ਦੇ ਉੱਤੇ ਫੋਕਸ ਕਰੀਏ, ਇਹਨਾਂ ਨੂੰ ਪ੍ਰਾਈਵੇਟ ਕਰ ਦਈਏ। ਇਹ ਗਵਰਨਮੈਂਟ ਦੀਆਂ ਨੀਤੀਆਂ ਹੈ ਉਹਨਾਂ ਉੱਤੇ। ਤੇ ਮੈਨੂੰ ਨਹੀਂ ਲੱਗਦਾ ਕਿ ਇਸ ਪਲੇਟਫਾਰਮ ਤੇ ਅਸੀਂ ਗਵਰਨਮੈਂਟ ਨੂੰ ਇਹ ਕਹੀਏ ਕਿ ਦੇ ਆਰ ਡੂਇੰਗ। ਕ੍ਰਿਟਿਸਾਈਜ਼ ਨਹੀਂ ਕਰ ਰਹੇ ਆਪਾਂ, ਸੋਲੂਸ਼ਨ ਦੀ ਗੱਲ ਕਰ ਰਹੇ ਹਾਂ ਵੀ ਹੱਲ ਕਿੱਦਾਂ ਆਪਾਂ ਨਿਕਲ ਸਕਦਾ, ਸਾਡੀ ਇਕਨੋਮਿਕਲ ਗਰੋਥ ਕਿੱਦਾਂ ਹੋ ਸਕਦੀ ਹੈ। ਆਪਾਂ ਪੋਲੀਟੀਕਲੀ ਕ੍ਰਿਟਿਸਾਈਜ਼ ਨਹੀਂ ਕਰ ਰਹੇ। ਪ੍ਰਾਈਵੇਟਾਈਜੇਸ਼ਨ ਨਾਲ ਐਟਲੀਸਟ ਜਿਹੜੀ ਗਵਰਨਮੈਂਟ ਬੈਨੀਫਿਟ ਨਹੀਂ ਦੇ ਰਹੀ। ਤੁਸੀਂ ਦੇਖੋ HMT ਤੁਸੀਂ ਸੁਣਿਆ ਹੋਵੇਗਾ, HMT ਅਜੇ ਵੀ ਉਹਦਾ ਕੋਈ ਸੋਲੂਸ਼ਨ ਨਹੀਂ ਨਿਕਲਿਆ। ਹਾਂ, HMT ਇੱਥੇ ਨਹੀਂ ਗੱਲ ਕਰਨੀ, ਪੰਜਾਬ ਵੀ ਸੀ, ਦੂਜੀ ਜਗ੍ਹਾ ਵੀ ਸੀ, ਪਰ ਉਹੀ ਅਗਰ HMT ਨੂੰ
ਪ੍ਰਾਈਵੇਟਾਈਜੇਸ਼ਨ ਕੀਤਾ ਜਾਂਦਾ ਤੇ ਬੜਿਆਂ ਨੂੰ ਬੈਨੀਫਿਟ ਹੁੰਦਾ, ਉਹਦੇ ਨਾਲ ਉਹਨਾਂ ਨੇ ਬੰਦ ਕਰ ਦਿੱਤੀ, ਸਾਰੀਆਂ ਜੌਬ ਚਲੀ ਗਈਆਂ, ਬੜਿਆਂ ਨੂੰ ਬਹੁਤ ਮੁਸ਼ਕਲ ਆਈਆਂ। ਆਪਾਂ ਪੰਜਾਬ ਦੀ ਗੱਲ ਕਰੀਏ, ਮੋਹਾਲੀ ਚ ਕਈ ਟੌਪ ਆਫ ਦਾ ਇੰਡਸਟਰੀ ਜਿਹੜਾ ਬੰਦ ਹੋਈਆਂ, ਹਾਂ ਬੰਦ ਹੋਈਆਂ, ਬਹੁਤ ਹੋਈਆਂ, ਤੇ ਉਹਨੂੰ ਵੇਚ ਦੇਣਾ ਹੀ ਮੈਨੂੰ ਲੱਗਦਾ ਕਿ ਠੀਕ ਹੈ ਕਿ ਪ੍ਰਾਈਵੇਟ ਸੈਕਟਰ ਆਪਣੇ ਕੋਲ ਆਪਣੇ ਹੱਥ ਵਿੱਚ ਲੈ ਲੇ ਔਰ ਜਿਨ੍ਹਾਂ ਲੋਕਾਂ ਦੀ ਨੌਕਰੀਆਂ ਜਾ ਰਹੀਆਂ ਉਹ ਨਾ ਜਾ ਸਕਣ। ਬਿਲਕੁਲ ਠੀਕ ਹੈ ਜੀ। ਸੋ ਗੱਲ ਆਪਾਂ ਔਰਤਾਂ ਦੀ ਵੀ ਕਰ ਲੈਂਦੇ ਆ, ਬਜਟ ਦੀ ਗੱਲ ਹੋ ਰਹੀ ਹੈ ਤੇ ਔਰਤਾਂ ਦੀ ਗੱਲ ਇਹਦੇ ਵਿੱਚ ਨਾ ਕੀਤੀ ਜਾਵੇ। ਸਾਡੇ ਐਫਐਮ ਨੇ ਅੱਜ ਕਿਹਾ ਵੀ ਜਿਹੜੇ ਫੀਮੇਲ ਜਿਹੜੀਆਂ ਹੈਗੀਆਂ ਨੇ, ਜਿਹੜੀ ਸੇਵਿੰਗ ਸਕੀਮ ਹੈਗੇ ਨੇ, ਬਚਤ ਯੋਜਨਾ ਜਿਹੜੀ ਹੋਏਗੀ 2 ਲੱਖ ਰੁਪਏ ਤੱਕ ਦਾ ਨਿਵੇਸ਼ ਹੋਏਗਾ, ਇਸ ਨੂੰ ਕਿੱਦਾਂ ਦੇਖਦੇ ਹੋ ਭਾਈ ਸਾਹਿਬ? ਦੇਖੋ ਜੀ, ਇਹ ਬਹੁਤ ਅੱਛੀ ਗੱਲ ਕਰੀ ਹੈ ਕਿਉਂਕਿ ਲੇਡੀਜ਼ ਨੂੰ ਇੱਕ ਤਾਂ ਚਲੋ ਜਿਹੜੀ ਜੌਬ ਕਰਦੀਆਂ ਉਹਨਾਂ ਦਾ ਇੱਕ ਆਪਣਾ ਸਿਸਟਮ ਹੁੰਦਾ ਹੈ ਜੀ, ਜਿਹੜੇ ਘਰ ਦੀਆਂ ਗ੍ਰਹਿਣੀਆਂ ਆ ਉਹਨਾਂ ਨੂੰ ਪਿਨ ਸੇਵਿੰਗਸ ਹੁੰਦੀਆਂ, ਜਿਵੇਂ ਛੋਟੀ ਛੋਟੀਆਂ ਸੇਵਿੰਗ ਆਪ ਜੀ ਜੀ ਜੀ, ਉਹਨਾਂ ਨੇ ਬੂੰਦ ਸਾਗਰ ਭਰਨਾ ਹੁੰਦਾ, ਬੂੰਦ ਸਾਗਰ ਭਰਨਾ ਔਰ ਔਖੇ ਸਮੇਂ ਕੱਢਣਾ ਹੁੰਦਾ ਜੀ, ਉਹਨਾਂ ਲਈ ਇਹ ਇੱਕ ਬੈਨੀਫਿਟ ਮਿਲ ਗਿਆ ਬਹੁਤ ਅੱਛਾ ਜੀ। ਮੈਂ ਪਰਸਨਲੀ ਵੀ ਇਸ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦਾ ਗਵਰਨਮੈਂਟ ਨੂੰ, ਮੈਂ ਉਹਨਾਂ ਨੂੰ ਥੈਂਕ ਯੂ ਕਹਿਣਾ ਕਿ ਬਹੁਤ ਵਧੀਆ ਕੱਢਿਆ ਤੁਸੀਂ ਇਹ ਬਜਟ ਦੇ ਵਿੱਚ, ਕਿਉਂਕਿ ਅੱਜ ਤੱਕ ਕਿਸੇ ਨੇ ਵੀ ਇਹ ਗੱਲ ਨੂੰ ਸੋਚਿਆ ਹੀ ਨਹੀਂ। ਠੀਕ ਹੈ, ਇਸ ਦੇ ਵਿੱਚ ਜਿਹੜੀਆਂ ਲੇਡੀਜ਼ ਆ ਉਹ ਬਹੁਤ ਖੁਸ਼ ਹੈ, ਇਵਨ ਗਰੁੱਪਸ ਵੀ ਅਸੀਂ ਅੱਜ ਸਵੇਰੇ ਵੀ 2-4 ਬੰਦਿਆਂ ਨਾਲ ਗੱਲ ਹੋਈ, ਦੇ ਆਰ ਆਲਸੋ ਹੈਪੀ ਕਿ ਚਲੋ ਵੀ ਠੀਕ ਹੈ ਸਾਡੇ ਲਈ ਕੁਝ ਕਰਿਆ ਤਾਂ ਹੈ। ਹੁਣ ਅਸੀਂ ਐਟਲੀਸਟ ਸਾਲ ਦਾ ਜੇ 2 ਲੱਖ ਵੀ ਕਮਾਉਂਦੇ ਤਾਂ 2-4 ਸਾਲ ਬਾਅਦ ਆਪਾਂ ਕਿਸੇ ਸਟੈਂਡ ਕਰ ਸਕਾਂਗੇ। ਬਿਲਕੁਲ। ਤੇ ਆਪਣਾ ਸੀਨੀਅਰ ਸਿਟੀਜ਼ਨ ਦੀ ਜਿਹੜੀ ਸੇਵਿੰਗ ਲਿਮਿਟ ਹੈ 30 ਲੱਖ ਰੁਪਏ ਕੀਤੀ ਗਈ ਹੈ। ਦੇਖੋ ਉਹ ਵੀ ਠੀਕ ਹੈ, ਬਹੁਤ ਵਧੀਆ, ਕਿਉਂਕਿ ਸੀਨੀਅਰ ਸਿਟੀਜ਼ਨ ਨੂੰ ਹੋਰ ਕੋਈ ਆਪਸ਼ਨ ਹੀ ਨਹੀਂ ਹੁੰਦੀ ਹੈ, ਜਾਂ ਉਹ ਪੈਨਸ਼ਨ ਸਾਰੇ ਹੁੰਦਾ, ਪੈਨਸ਼ਨ ਸਾਰੇ ਹੁੰਦੇ ਜਾਂ ਫਿਰ ਐਫਡੀਆਂ ਚ ਉਲਝ ਜਾਂਦੇ ਆ। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੀ ਸੇਵਿੰਗ ਉਹਨਾਂ ਨੇ ਕਰ ਸਕਣਗੇ, ਉਹਦੇ ਵਿੱਚ ਉਹਨਾਂ ਨੂੰ ਰੈਗੂਲਰ ਜਿਹੜਾ ਆਉਣ ਵਾਲੇ ਸਮੇਂ ਚ ਆਪਣਾ ਜਦ ਤੱਕ ਉਹ ਜ਼ਿੰਦਗੀ ਹੈ ਉਹਨਾਂ ਦੀ ਆਰਾਮ ਨਾਲ ਸੁਖੀ ਰਹਿ ਸਕਣਗੇ। ਜੀ ਜੀ। ਇੱਕ ਗਵਰਨਮੈਂਟ ਨੇ ਬੜਾ ਇੰਪੋਰਟੈਂਟ ਇਸ ਦੇ ਵਿੱਚ ਇੱਕ ਦੱਸਣਾ ਇੰਪੋਰਟੈਂਟ ਹੈ, ਅਸੀਂ ਲੋਕ ਆਪਣੀ ਲਾਈਫ 'ਚ ਦੇਖਦੇ ਹਾਂ ਕਿ ਜਦੋਂ ਕੋਈ ਗਵਰਨਮੈਂਟ ਜਾਂ ਪ੍ਰਾਈਵੇਟ ਮੁਲਾਜ਼ਮ ਰਿਟਾਇਰ ਹੁੰਦਾ ਹੈ ਜੀ, ਉਹਨੂੰ ਲੀਵ ਇਨ ਕੈਸ਼ਮੈਂਟ ਮਿਲਦੀ ਹੈ। ਬਿਲਕੁਲ, ਉਹ ਲੀਵ ਇਨ ਕੈਸ਼ਮੈਂਟ ਸਿਰਫ ਪਹਿਲਾਂ 3-3.5 ਲੱਖ ਤੱਕ ਮਾਫ ਹੁੰਦੀ ਸੀ ਜੀ, ਅੱਜ ਉਹ ਵਧਾ ਕੇ ਉਹਨਾਂ ਨੇ ਸਰਕਾਰ ਨੇ ਮੇਰੇ ਖਿਆਲ ਸ਼ਾਇਦ 25 ਲੱਖ ਰੁਪਏ। ਦੈਟਸ ਵੈਰੀ ਗੁੱਡ, ਉਹ ਬਹੁਤ ਹੀ ਅੱਛੀ ਚੀਜ਼ ਹੈ ਜੀ। ਜਿੰਨੇ ਵੀ ਵਿਚਾਰੇ ਅਪਲਾਈ ਹੁੰਦੇ ਸੀ ਉਹ ਬਾਅਦ ਚ ਆ ਕੇ ਇਹੀ ਕਰਦੇ ਸੀ, ਆਪਣੀਆਂ ਛੁੱਟੀਆਂ ਅਵੇਲ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਨੂੰ ਪਤਾ ਸਾਨੂੰ ਮਿਲਣਾ ਤਾਂ ਹੈ ਨਹੀਂ, ਜੇ ਮਿਲਣਗੇ ਤਾਂ ਟੈਕਸੇਬਲ ਹੋ ਜੂ। ਜੀ ਜੀ ਜੀ। ਹੁਣ ਅੱਜ ਦੀ ਜਿਹੜੀ ਕੀ ਹੈ ਕਿ ਉਹਨਾਂ ਨੂੰ ਕੋਈ ਫਿਕਰ ਨਹੀਂ ਹੋਏਗਾ, ਦਬਾ ਕੇ ਕੰਮ ਕਰਨਗੇ, ਕੋਈ ਛੁੱਟੀ ਘੱਟ ਲੈਣਗੇ, ਮਿਹਨਤ ਕਰਨਗੇ ਔਰ ਜਿਹੜਾ ਪੈਸਾ ਮਿਲੇਗਾ ਬਾਅਦ ਵਿੱਚ ਉਹ ਟੈਕਸ ਫ੍ਰੀ ਹੋਏਗਾ। ਜੀ ਜੀ। ਇੱਦਾਂ ਹੀ ਈਪੀਐਫ ਹੈ। ਹੁਣ ਤੁਸੀਂ ਦੇਖੋ ਅੱਜ ਦੀ ਡੇਟ 'ਚ ਜਿਹੜਾ ਪ੍ਰਾਈਵੇਟ EMPLOYEE ਹੈ ਉਹ ਜੌਬਸ ਸ਼ਿਫਟ ਕਰਦਾ ਰਹਿੰਦਾ, ਕਦੇ ਇੱਧਰ ਕਦੇ ਉੱਧਰ। ਉਸ ਤੋਂ ਬਾਅਦ ਕਈ ਵਾਰੀ ਜਦੋਂ ਹਾਲਾਤ ਦੀ ਮਾੜੀ ਹੁੰਦੀ ਹੈ ਉਹ ਪੈਸੇ ਵਿਡਰਾਅ ਕਰਦਾ ਹੈ ਜੀ ਜੀ। ਜਦੋਂ ਵਿਡਰਾਅ ਕਰਦਾ ਉਹਦੇ TDS ਕੱਟਿਆ ਜਾਂਦਾ ਸੀ ਜੀ, ਹੁਣ ਉਹਦੀ ਵੀ ਲਿਮਿਟ ਇਹਨਾਂ ਨੇ ਥੋੜੀ ਜਿਹੀ ਘਟਾ ਦਿੱਤੀ। ਬਿਲਕੁਲ। ਸੋ ਇਹ 2-3 ਚੀਜ਼ਾਂ ਜਿਹੜੀਆਂ ਨੇ ਕਿ ਇਹ ਮਤਲਬ ਤੁਹਾਨੂੰ ਮੈਂ ਸਟਾਰਟਸ ਕੀ ਹਲ ਕਹੀ ਸੀ ਕਿ ਇਹਨਾਂ ਨੇ ਮਿਡਲ ਕਲਾਸ ਐਂਡ ਲੋਅਰ ਮਿਡਲ ਕਲਾਸ ਲਈ ਬਹੁਤ ਹੀ ਅੱਛਾ ਬਜਟ ਕੱਢਿਆ, ਬਹੁਤ ਅੱਛਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਬਾਕੀ ਜਿੱਥੇ ਤੱਕ ਆਗੇ ਸਰਕਾਰ ਦੀ ਦੇਖੋ ਸੋਚ ਜਿਹੜੀ ਹੈ ਜੀ, ਸੋਚ ਉਹਨਾਂ ਨੇ ਆਪਣੇ ਹਿਸਾਬ ਨਾਲ ਬਹੁਤ ਅੱਛੀ ਕੱਢੀ ਹੈ ਜੀ। ਇਹ ਤਾਂ ਸਮਾਂ ਹੀ ਦੱਸੇਗਾ ਇੰਪਲੀਮੈਂਟੇਸ਼ਨ। ਹੁਣ ਜਦੋਂ ਸੋਚ ਅੱਜ ਦੀ ਰੇਟ ਤੇ ਆਪਾਂ 3 ਸਾਲ ਪੁਰਾਣੀ ਗੱਲ ਲਾਈਏ, ਉਸ ਟਾਈਮ ਵੀ ਜਦੋਂ ਬਜਟ ਆਇਆ ਸੀ ਉਸ ਟਾਈਮ ਦੇ ਵਿੱਚ ਵੀ ਬਹੁਤ ਅੱਛੀ ਗਰੋਥ ਸੀਗੀ ਜਦੋਂ ਜਨਵਰੀ ਫਰਵਰੀ ਚ ਆਇਆ, ਲੇਕਿਨ ਮਾਰਚ ਦੇ ਵਿੱਚ ਕੀ ਕਰੋਨਾ ਆ ਗਿਆ, ਉਹ ਸਾਰੀਆਂ ਗੱਲਾਂ ਭੁੱਲ ਕੇ ਲੱਗ ਹੋਰ ਪਾਸੇ ਨੂੰ ਗਏ। ਬਿਲਕੁਲ। ਸੋ ਇਹ ਜੇ ਭਗਵਾਨ ਕਰੇ ਅੱਗੇ ਸਮਾਂ ਠੀਕ ਰਵੇ ਤੇ ਜੇ ਇਹਨੂੰ ਪ੍ਰੋਪਰਲੀ ਇੰਪਲੀਮੈਂਟ ਹੋ ਜਾਵੇ ਤਾਂ ਦੇਸ਼ ਲਈ ਇਹ ਬੈਨੀਫੀਸ਼ੀਅਲ ਹੋਏਗਾ ਜੀ। ਸ਼ਰਮਾ ਜੀ, ਤੁਹਾਡੇ ਤੇ ਆ ਰਿਹਾ, ਪਿੱਛੇ ਜੇ ਬਹੁਤ ਸਾਰੀਆਂ ਫਾਈਨੈਂਸ਼ੀਅਲ ਸਕੀਮਾਂ ਆਪਣੀ ਸੈਂਟਰ ਗਵਰਨਮੈਂਟ ਦਿੱਤੀਆਂ ਸੀ, ਉਹਦੇ 'ਚ ਇੱਕ ਜਨ ਧਨ ਸਕੀਮ ਯੋਜਨਾ ਵੀ ਜਿਹੜਾ ਹੈਗਾ ਆਈ ਸੀਗੀ, ਤੇ ਹੁਣ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ 47.8 ਕਰੋੜ ਜਨ ਧਨ ਜਿਹੜੇ ਖਾਤੇ ਖੋਲ ਦਿੱਤੇ ਗਏ। ਐਦਾਂ ਦੀਆਂ ਜਿਹੜੀਆਂ ਸਕੀਮਾਂ ਟਾਈਮ ਟੂ ਟਾਈਮ ਸਰਕਾਰ ਲਾਂਚ ਕਰਦੀ ਰਹੀ ਮੋਦੀ ਗਵਰਨਮੈਂਟ, ਇਹ ਕਿੰਨੀਆਂ ਲਾਭਕਾਰੀ ਰਹੀਆਂ ਸਾਡੇ ਦੇਸ਼ ਦੇ ਨਾਗਰਿਕਾਂ ਲਈ? देखो सिस्टम के अंदर ट्रांसपेरेंसी आना बहुत जरूरी गल है जी। जे ट्रांसपेरेंसी होगी सिस्टम के अंदर, हर चीज रिकॉर्ड होगी, ऑन रिकॉर्ड आएगी तो उहदे नाल इकोनॉमी ग्रो करती है। और ये स्टेप मोदी गवर्नमेंट डे 1 तो लेंदी आ रही है जी। यूपीआई का उन्होंने यूपीआई का भी अज डाटा दिता है कि जिहड़ियां उहदे थ्रू पेमेंट हुई, डिजिटल पेमेंट्स हुई, 1.25 लाख करोड़ पेमेंट हुई, जिहड़ी कुछ साल तक सिर्फ 7,000 करोड़ के आसपास होंदियां सीगा, विच इज अ ट्रेमेंडस रिजल्ट और इट्स अ वेरी गुड स्टेप बाय द मोदी गवर्नमेंट। और ये चीज देश च बहुत जरूरी है क्योंकि इहदे नाल हर सिस्टम जिहड़ा या हर ट्रांजैक्शन जिहड़ी है ऑन रिकॉर्ड आंदी है। प्रमोशन इहदे नाल टैक्स इवेजन नहीं हुंदा, इहदे नाल जिहड़ा फेक इनवॉइसिंग या ऐसी जीएसटी इवेजन की गल करदे वो बिल्कुल नहीं हुंदी, इस करके होनी चाहिए है। ते जिहड़ी तुसीं गल कर रहे हो कि जन धन योजना जिहड़ी शुरू की है, बैंकों च अकाउंट खोले गए, मैं कहना बहुत अच्छी गल है। हर बंदे का अकाउंट बैंक च होना चाहिए, हर ट्रांजैक्शन डिजिटलाइज होनी चाहिए या उन्होंने प्रमोट किया जाना चाहिए, जो कि गवर्नमेंट बहुत अच्छे तरीके से कर रही है। डिजिटलाइजेशन वास्ते गवर्नमेंट तत्पर है और ये लगातार कोशिश कर रही है कि हर चीज को ऑन रिकॉर्ड लिया जाए, जो कि बहुत अच्छी गल है, होना चाहिए। इसी करके आप देख रहे हैं कि जो MSME है उन्होंने वास्ते इस बजट के अंदर एक प्रावधान किया कि जेडे MSME दी
ਕੈਸ਼ ਟ੍ਰਾਂਜੈਕਸ਼ਨਸ 5% ਤੋਂ ਘੱਟ ਹੋਣਗੀਆਂ ਜੀ। ਟੋਟਲ ਟ੍ਰਾਂਜੈਕਸ਼ਨ ਦੇ ਅੰਦਰ, ਯਾਨੀ ਕਿ ਜਿਨ੍ਹਾਂ ਦੀ 95% ਟ੍ਰਾਂਜੈਕਸ਼ਨਸ ਡਿਜੀਟਲ ਹੈ ਜੀ। ਉਹਨਾਂ ਦਾ ਟੈਕਸ ਆਡਿਟ ਜਿਹੜਾ ਵਧਾ ਕੇ ਉਹਨੂੰ 2 ਕਰੋੜ ਤੋਂ 3 ਕਰੋੜ ਦੀ ਸਲੈਬ ਕਰ ਦਿੱਤੀ ਹੈ। ਜੀ। ਤੇ ਇੱਕ ਬਹੁਤ ਅੱਛੀ ਗੱਲ ਹੈ, ਉਹਦੇ ਨਾਲ ਇੱਕ ਈਜ਼ ਆਫ ਡੂਇੰਗ ਬਿਜ਼ਨਸ ਦਾ ਮਾਹੌਲ ਵੀ ਬਣਦਾ ਹੈ ਔਰ ਐਮਐਸਐਮਈ ਨੂੰ ਵੀ ਇੱਕ ਹੈਜ਼ਲ ਫ੍ਰੀ ਬਿਜ਼ਨਸ ਕਰਨ ਦੀ ਮੌਕਾ ਮਿਲਦਾ ਕਿ ਉਹਨੂੰ ਐਟਲੀਸਟ ਪ੍ਰੂਵ ਹੋ ਜਾਂਦਾ ਕਿ ਉਧਰ ਈ ਇਨਵॉइसिंग ਆਪਾਂ ਜੀਐਸਟੀ ਪ੍ਰਮੋਟ ਕਰ ਰਹੇ ਹਾਂ, ਇੱਧਰ ਡਿਜੀਟਲ ਪੇਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ, ਤੇ ਹਰ ਚੀਜ਼ ਔਨ ਰਿਕਾਰਡ ਹੈ ਔਰ ਹਰ ਪ੍ਰੂਫ ਦੇ ਨਾਲ ਹੋ ਰਹੀ ਹੈ ਕਿ ਇਹ ਜੈਨੂਇਨਲੀ ਟ੍ਰਾਂਜੈਕਸ਼ਨ ਹੋਈ ਹੈ। ਤੇ ਮੈਂ ਇਹਨੂੰ ਬੜਾ ਵੈਲਕਮ ਸਟੈਪ ਮੰਨਦਾ ਔਰ ਇਹ ਲਗਾਤਾਰ ਅੱਗੇ ਪ੍ਰਮੋਟ ਹੋਣਾ ਚਾਹੀਦਾ ਹੈ। ਲੱਗਦਾ ਨਹੀਂ ਆਪਾਂ ਨੂੰ ਕਿ ਜੀਐਸਟੀ ਜਿਹੜੀ ਚੋਰੀ ਹੈਗੀ ਹੈ, ਜੀਐਸਟੀ ਲੀਕੇਜ ਉਹ ਭਾਵੇਂ ਸੈਂਟਰ ਗਵਰਨਮੈਂਟ ਦੀ ਸਟੇਟ ਗਵਰਨਮੈਂਟ ਲਈ ਬਹੁਤ ਵੱਡਾ ਚੈਲੰਜ ਹੈਗਾ ਹੈ। ਜੇ ਇਸ ਨੂੰ ਕਿਸੇ ਤਰ੍ਹਾਂ ਰੋਕਿਆ ਜਾ ਸਕੇ, ਇਸ ਤੇ ਕੋਈ बैरियर लाया जा सके तो एक साडी इकोनॉमिकल ग्रोथ है, कुछ सजेशंस है कितना रोकी जा सकती है? सर देखिए, असं कोई भी बजट आता है या कोई भी स्कीम आती है, आप हमेशा ये सोच के चलते कि गवर्नमेंट करेगी, लेकिन बीइंग ए सिटीजन ऑफ द कंट्री साडी भी कोई रिस्पॉन्सिबिलिटी बनती है कि असी अपने आप को किद्दां सुधारीए, असी सिस्टम का पार्ट किद्दां बनीए। इस करके मैं कहना चाहना कि एक तो व्यापारी वर्ग और एक कंज्यूमर वर्ग, कारोबारी होंगे हैं, लेकिन एक साडा कंज्यूमर वर्ग और एक साडा कारोबारी वर्ग जो है, अगर ये भी आपस से ऑनेस्ट हो जाए और साडा कंज्यूमर इतना अवेयर हो जाए कि जब ये कोई परचेज करे बिल की डिमांड करे और व्यापारी भी बिना कुछ सोचे बिल इशू करे ईमानदारी के नाल। साडे हजे भी बहुत सारे व्यापारी भाई हैं जिहड़े कि बिल इशू नहीं करते, कतरांदे हैं। और साडा कंज्यूमर भी ऐसा है कि जब मुझे पता लगता है कि अगर मैं 100 रुपए की चीज लेती है तो 12% टैक्स लगेगा और एकदम कहना मैंने बिल नहीं चाहिए। जब तक साडी अपनी सोच विच ईमानदारी नहीं है, असं सरकार तो कितना ईमानदारी सोच सकते हैं। शुरुआत अपने आप अपने घरों करनी पड़ेगी जी। सो मैं थोड़े दिन तो इस सवाल का जवाब चाहूंगा अपना कई साहब भाटिया साहब शर्मा जी कि सरकार ने कितना किते आखिरी बजट है मोदी सरकार का अपना भविख देखा होना भी जे ਅਸੀਂ ਕੋਈ ਵਧੀਆ ਬਜਟ ਦਿੰਨੇ ਆ ਤੇ ਲੋਕਾਂ ਨੂੰ ਸਾਨੂੰ ਦੁਬਾਰਾ ਵੋਟਾਂ ਪਾ ਕੇ ਵਾਪਸ ਸੱਤਾ ਦੇ ਵਿੱਚ ਲਿਆਉਣ। ਖੁੱਲ ਕੇ ਸਵਾਲ ਹੈ, ਨਾਗਰਿਕ ਤੁਸੀਂ ਵੀ ਹੋ, ਵੋਟ ਤੁਸੀਂ ਵੀ ਪਾਉਂਦੇ ਹੋਣੇ, ਜਿਹੜਾ ਬਜਟ ਸਰਕਾਰ ਨੂੰ ਵਾਪਸ ਲਿਆ ਸਕਦਾ ਦੁਬਾਰਾ ਸੱਤਾ 'ਚ? देखो जी, जे ਇਹਦੀ ਇੰਪਲੀਮੈਂਟੇਸ਼ਨ ਪ੍ਰੋਪਰ ਹੋ ਜਾਏ ਜੀ, ਮੈਨੂੰ ਕੋਈ ਦੋ ਰਾਏ ਨਹੀਂ ਹੈ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਆਏਗੀ, ਕਿਉਂਕਿ ਉਹਨਾਂ ਦੇ ਜਿਹੜੇ ਪੁਆਇੰਟਸ ਰੱਖੇ ਹੋਏ ਆ ਉਹ ਬਹੁਤ ਹੀ ਠੀਕ ਹੈ, ਅਮਲ ਚ ਲਿਆਉਣ ਵਾਲੇ, ਪਰ ਅਮਲ ਦਾ ਕਿਸ ਤਰ੍ਹਾਂ ਹੁੰਦਾ ਫਾਈਨਲ, ਇਹ ਇੱਕ ਬਹੁਤ ਇੰਪੋਰਟੈਂਟ ਹੈ। ਇੱਕ ਸਾਲ ਦਾ ਪੀਰੀਅਡ ਸਫੀਸ਼ੀਐਂਟ ਹੈ ਮੇਰੇ ਕੋਲ? ਦੇਖੋ ਜੀ, ਇੱਕ ਸਾਲ ਤਾਂ ਆਪਾਂ ਕਹਿ ਸਕਦੇ ਹਾਂ, ਲੇਕਿਨ ਫਿਰ ਵੀ ਕਿ ਘੱਟ ਸਮਾਂ, ਜੇ ਇੱਕ ਸਾਲ ਚ ਸਾਡਾ 25 40% 50% ਵੀ ਕੰਮ ਹੋ ਗਿਆ, ਮੈਚੁਰ ਹੋ ਗਿਆ ਤਾਂ ਆਪਾਂ ਕਹਿ ਸਕਦੇ ਵੀ ਆਪਣੀ ਨੀਤ ਜਿਹੜੀ ਆ ਉਹ ਬਿਲਕੁਲ ਠੀਕ ਤਰੀਕੇ ਨਾਲ ਜਾ ਰਹੀ ਹੈ ਜੀ। ਭਾਟੀਆ ਸਾਹਿਬ ਤੁਸੀਂ ਕੀ ਕਹਿੰਦੇ ਹੋ? I personally feel कि this budget is very good, but it has to be implemented. अगर implement जिस तरह इन्होंने किया लागू होना चाहिए, implement नहीं होएगा तो फिर कोई फायदा नहीं है। मतलब जिन्हें 8 साल तो गवर्नमेंट है, मतलब ये सब तो बढ़िया बजट है गवर्नमेंट का जी। सो शर्मा जी, एक ही जवाब देना भी सरकार ਲਈ ਕਿੰਨਾ ਬੈਨੀਫਿਟ ਹੋਏਗਾ। ਦੂਜਾ ओवरऑल ਦੇ ਇੱਕ ਸਿਨੈਰੀਓ ਆਪਾਂ ਦੇਖੀਏ, ਕੁਝ ਲੱਗਦਾ ਹੈ ਕਿ ਸਰਕਾਰ ਸਾਡਾ ਮਾਲੀਆ ਵਧੇਗਾ? ਜੇ ਆਪਾਂ ਪਿਛਲੇ 3-4 ਸਾਲ ਦੀ ਗੱਲ ਕਰੀਏ, ਕੋਰੋਨਾ ਪੀਰੀਅਡ ਨੂੰ ਅਗਰ ਆਪਾਂ ਭੁੱਲ ਜਾਈਏ 2 ਮਿੰਟ ਲਈ, ਤੇ ਜਦੋਂ ਦਾ GST ਆਇਆ ਹੈ ਜਾਂ ਡਿਜੀਟਲਾਈਜੇਸ਼ਨ ਕੰਟਰੀ ਦੇ ਅੰਦਰ ਕਿ ਜਿਸ ਲੈਵਲ ਤੇ ਪਹੁੰਚੀ ਹੈ, ਤਾਂ ਆਪਾਂ ਰੈਗੂਲਰ ਦੇਖ ਰਹੇ ਹਾਂ, ਲਗਾਤਾਰ ਦੇਖ ਰਹੇ ਹਾਂ ਕਿ ਰੈਵਨਿਊ ਵਧ ਰਿਹਾ ਹੈ। ਬਿਲਕੁਲ ਠੀਕ ਹੈ। ਅੱਜ ਸਾਡਾ ਰੈਵਨਿਊ, ਮੈंने ਪਹਿਲੇ ਓਪਨਿੰਗ ਲਾਈਨ 'ਚ ਹੀ ਕਿਹਾ ਸੀਗਾ ਕਿ GST ਦਾ ਰੈਵਨਿਊ 24% ਤੇ ਇਨਕਮ ਟੈਕਸ ਦਾ ਰੈਵਨਿਊ 26% ਵਧਿਆ ਹੈ, ਜੋ ਕਿ ਇੱਕ ਅੱਛਾ ਇੰਡੀਕੇਟਿੰਗ ਸਾਈਨ ਹੈ ਕਿ ਵੀ ਇਹਦਾ ਮਤਲਬ ਇਹ ਹੋ ਰਿਹਾ ਕਿ ਜਿਹੜੀਆਂ ਵੀ ਦੇਸ਼ ਦੇ ਅੰਦਰ ਇਕਨੋਮਿਕ ਐਕਟੀਵਿਟੀ ਹੋ ਰਹੀਆਂ ਹੈ ਉਹ ਔਨ ट्रैक है, ऑन रिकॉर्ड बेसिस पे हैं, रिकॉर्ड हो रही है, वेरिंग के चांसेस घट रहे हैं, बट स्टिल इंप्रूवमेंट के बहुत ज़्यादा चांसेस हैं, चाहे वो इंडस्ट्री है, चाहे वो लार्ज स्केल इंडस्ट्री है, चाहे मीडियम इंडस्ट्री है, चाहे MSME है, चाहे वो प्रोप्राइटरशिप है, लेकिन सानू हर ट्रांजैक्शन ऑन रिकॉर्ड लेके आना पड़ेगा, डिजिटलाइजेशन अंदर लियाना पड़ेगा और ईमानदारी के नाल देश के प्रति काम करना पड़ेगा। तो ये जो बजट है नेचुरली, क्योंकि इस गवर्नमेंट का तीजा बजट है और आने वाले एक बजट हो भी आएगा इस तो बाद, लेकिन इंटरिम बजट होएगा, लेकिन क्योंकि सरकार ने लगातार साडे फाइनेंस मिनिस्टर ने 15वां बजट दिता है, उन्होंने एक बेस बना दिए हुए इस चीज को लेके चल रहे हैं, तो नेचुरली मैं मान के चलना कि उस प्रीवियस ट्रेंड में देखते हुए ये बेटर ही होएगा, बेटर रिजल्ट आएंगे। क्योंकि एक नागरिक होने के नाते अगर मैं लेमैन की तरह सोचा कि कल अगर सपोज आप कर दूं कि गवर्नमेंट चेंज हो जाती है सपोज, तो जो इन्होंने काम किया है वो मुड़के जीरो हो जाएगा और नवी सरकार अगर आती है वो नवी पॉलिसी नवे तरीके अपना काम जीरो तो शुरू कर दी है। साडी बड़ी एक त्रासद दी है डेमोक्रेटिक प्रोसैस दी है, उन्होंने मनना नहीं। जे असी एक टीम स्पिरिट के नाल देश के हित वास्ते गल करके उस चीज को कैरी करिए अगे तो शायद रिजल्ट बेटर आएंगे। तो मैं इस उम्मीद नाल मानना कि ये बजट जोड़ा है वो बेस बन चुकी है, इस बेस में असी अगे कैरी करना है और ये सरकार उसको कैरी कर सकती है। 365 दिन, एक साल का पीरियड सफिशिएंट है लागू करने?
ਕਿ ਨੀਅਤ ਚਾਹੀਦੀ ਹੈ, ਕੀ ਕਹਿੰਦੇ ਹੋ? ਨੈਚੁਰਲੀ ਇਹਨਾਂ ਦੇ ਕੋਲ ਮੋਦੀ ਸਰਕਾਰ ਕੋਲ ਨੀਅਤ ਮੁਰਾਦ ਦੀ ਗੱਲ ਵੀ ਹੈ, ਪਲਸ ਇਹਨਾਂ ਕੋਲ ਇੱਕ ਚੈਲੰਜ ਵੀ ਹੈ ਕਿ ਇਹਨਾਂ ਅਗਲਾ ਇਲੈਕਸ਼ਨ ਜਿੱਤਣਾ ਹੈ, ਬਿਲਕੁਲ। ਤਾਂ ਉਸ ਐਂਗਲ ਦੇ ਨਾਲ ਡੈਫੀਨਿਟਲੀ ਕੋਸ਼ਿਸ਼ ਕਰਨਗੇ ਕਿ ਜਿੰਨੀ ਜਲਦੀ ਇੰਪਲੀਮੈਂਟ ਕੀਤਾ ਜਾਏ ਉਨਾ ਅੱਛਾ। ਸੋ ਦੋਸਤੋ, ਦੁਨੀਆ ਭਰ ਤੋਂ ਕਰੋੜ ਪੰਜਾਬ ਲਾਈਵ ਜਿਹੜਾ ਤੁਸੀਂ ਦੇਖ ਰਹੇ ਹੋ, ਬਜਟ ਜਿਹੜਾ ਅੱਜ ਭਾਰਤ ਦੇਸ਼ ਦਾ ਪੇਸ਼ ਕੀਤਾ ਗਿਆ, ਐਕਸਪਰਟ ਸਾਡੇ ਨਾਲ ਸੀਗੇ, ਆਪਣਾ GST ਐਕਸਪਰਟ ਅਮਿਤ ਸ਼ਰਮਾ ਨੇ ਦੱਸਿਆ ਹੈਗਾ ਕਿ ਬਜਟ ਬਹੁਤ ਚੰਗਾ, ਪਰ ਜੇ ਇੰਪਲੀਮੈਂਟ ਹੋ ਜੇ ਤਾਂ ਨੀਅਤ ਲੈ ਕੇ ਚੱਲਣੀ ਪਏਗੀ। ਕਿਹਾ ਜਾਂਦਾ ਹੈ ਕਿ ਪੈਸਾ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ, ਤੇ ਜੇ ਦੇਸ਼ ਦੀ ਤਰੱਕੀ ਕਰਨੀ ਹੈ ਤਾਂ ਬਹੁਤ ਕੁਝ ਤਾਂ ਸਾਨੂੰ ਕਰਨਾ ਹੀ ਪਏਗਾ। ਕਾਰੋਬਾਰੀ ਕਿੱਦਾਂ ਦੇਖ ਰਹੇ ਨੇ? ਫਲਿੱਪਕਾਰਟ ਦੇ ਜਿਹੜੇ ਹੈਗੇ ਫਲਿੱਪਕਾਰਟ ਦੇ ਫਿਜ਼ੀਕਲ ਦੇ ਜਿਹੜੇ CEO ਭਾਟੀਆ ਸਾਹਿਬ ਨੇ ਦੱਸਿਆ ਕਿ ਕਾਰੋਬਾਰੀ ਵੀ ਲੱਗ ਰਿਹਾ ਹੈ ਕਿ ਜੇਕਰ ਤੁਸੀਂ ਜੋ ਚੀਜ਼ਾਂ ਸਾਨੂੰ ਦੱਸੀਆਂ ਨੇ ਜੇ ਇੰਪਲੀਮੈਂਟ ਹੋ ਜਾਣਗੇ ਤਾਂ ਕਿਤੇ ਨਾ ਕਿਤੇ ਕਾਰੋਬਾਰੀ ਵੀ ਖੁਸ਼ ਹੋਏਗਾ, ਤੇ ਆਪਣਾ ਵਕੀਲ ਜਿਹੜੇ ਹੈਗੇ ਟੈਕਸ ਦੇ ਇਸ਼ੂਜ਼ ਨਾਲ ਜੁੜੇ ਹੋਏ ਆਪਣਾ ਭਾਈ ਸਾਹਿਬ ਨੇ ਦੱਸਿਆ, ਪੇਸ਼ ਕਰੀ ਉਹਨਾਂ ਨੇ ਕਿ ਇਹ ਚੀਜ਼ ਲਾਭਕਾਰੀ ਰਹਿੰਦੀ ਹੈ, ਪਰ ਉਹੀ ਗੱਲ ਹੈ ਕਿ ਜੇਕਰ ਤੁਸੀਂ ਇਹਨੂੰ ਲਾਗੂ ਕਰ ਪਾਓਗੇ, ਕਿਤੇ ਨਾ ਕਿਤੇ ਪੋਲੀਟੀਕਲ ਮਾਈਲੇਜ ਸਰਕਾਰ ਨੇ ਜ਼ਰੂਰ ਦੇਖਣੀ ਹੈ ਕਿ ਅਗਲੇ ਸਾਲ ਵੀ ਅਸੀਂ ਦੁਬਾਰਾ ਆਈਏ ਤੇ ਲਗਾਤਾਰ, ਜੇ ਸਾਨੂੰ 10 ਸਾਲ ਹੋ ਗਏ 15 ਸਾਲ ਬਣੀਏ, ਜਨਤਾ ਇਸ ਚੀਜ਼ ਨੂੰ ਕਿੱਦਾਂ ਲੈਂਦੀ ਹੈ, ਕੀ ਜਨਤਾ ਚਾਹਦੀ ਹੈ ਤੇ ਛੋੜ ਅਮੈਂਡਮੈਂਟ ਹੋਵੇ ਨਾ ਹੋਵੇ, ਸਰਕਾਰ ਲਈ ਕਿੰਨੇ ਚੈਲੰਜ ਜਿਹੜਾ ਹੈਗਾ ਇਹ ਬਜਟ ਛੱਡ ਕੇ ਜਾਂਦਾ ਹੈ, ਆਪਣੇ ਆਪ ਨਾਲ ਲੱਗ ਹੀ ਜਾਏਗਾ। ਸੋ ਭਾਈ ਸਾਹਿਬ ਭਾਟੀਆ ਸਾਹਿਬ ਸ਼ਰਮਾ ਜੀ, ਤੁਸੀਂ ਅੱਜ ਕਰੋੜ ਪੰਜਾਬ ਦੇ ਵਿਹੜੇ ਪਹੁੰਚੇ, ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸ਼ੁਕਰੀਆ। ਸੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਕਰੋੜ ਪੰਜਾਬ ਦੇ ਨਾਲ। ਹੁਣ ਦੇ ਵਜੀਦ ਪ੍ਰਵਾਹ ਦੀ ਇਜਾਜ਼ਤ, ਸ਼ੁਕਰੀਆ।